ਸਤਿ ਸ਼੍ਰੀ ਅਕਾਲ ਜੀ। ਮੈਂ ਅਧਿਆਪਕ ਤੁਹਾਡਾ ਸਵਾਗਤ ਕਰਦਾ ਹਾਂ ਇਸ YouTube ਚੈਨਲ ਤੇ। ਅੱਜ ਅਸੀਂ ਕਰਨ ਜਾ ਰਹੇ ਹਾਂ ਲੈਕਚਰ ਨੰਬਰ 2 ਸਟੈਟਿਸਟਿਕਸ। ਲੈਕਚਰ 2 ਦੇ ਵਿੱਚ ਅਸੀਂ ਕਰਾਂਗੇ ਅਰਿਥਮੈਟਿਕ ਮੀਨ ਬਾਰੇ ਪੜਾਂਗੇ, ਕੰਬਾਈਨਡ ਮੀਨ ਪੜਾਂਗੇ ਤੇ ਲਾਸਟ ਦੇ ਵਿੱਚ ਅਸੀਂ ਕਰਾਂਗੇ ਕੁਝ ਇੰਪੋਰਟੈਂਟ MCQs। ਤਾਂ ਇਸ ਵੀਡੀਓ ਨੂੰ ਜਿਹੜਾ ਲਾਸਟ ਤੱਕ ਜ਼ਰੂਰ ਦੇਖਣਾ ਹੈ। ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਅਰਿਥਮੈਟਿਕ ਮੀਨ ਦੀ, ਤਾਂ ਮੀਨ ਜਾਂ ਫਿਰ ਅਰਿਥਮੈਟਿਕ ਮੀਨ ਦੋਨੇ ਹੀ ਸੇਮ ਨੇ। Sum of all the values of series when divided by the number of values of that series we get arithmetic mean or simply called mean। ਤਾਂ ਕਹਿੰਦੇ ਮੀਨ ਫਾਈਂਡ ਆਊਟ ਕਰਨ ਦਾ ਕੀ ਮੈਥਡ ਹੁੰਦਾ ਹੈ। ਮੀਨ ਨੂੰ ਰਿਪਰੈਜ਼ੈਂਟ ਕੀਤਾ ਜਾਂਦਾ x ਬਾਰ ਦੇ ਨਾਲ, ਜਿਸ ਨੂੰ ਅਸੀਂ ਫਾਈਂਡ ਆਊਟ ਕਰ ਸਕਦੇ ਹਾਂ ਸਮ ਆਫ ਆਲ ਵੈਲਿਊਜ਼ ਆਫ ਸੀਰੀਜ਼। ਜੋ ਸਾਨੂੰ ਸੀਰੀਜ਼ ਦੇ ਰੱਖੀ ਹੈ ਉਸ ਦੀ ਸਾਰੀ ਵੈਲਿਊਜ਼ ਦਾ ਜੋੜ ਡਿਵਾਈਡਡ ਬਾਏ ਨੰਬਰ ਆਫ ਵੈਲਿਊਜ਼ ਇਨ ਦੈਟ ਸੀਰੀਜ਼। ਤਾਂ ਅਸੀਂ ਜਿਹੜਾ ਹੈ ਮੀਨ ਫਾਈਂਡ ਆਊਟ ਕਰ ਸਕਦੇ ਹਾਂ ਸਾਰੀ ਵੈਲਿਊਜ਼ ਨੂੰ ਜੋੜ ਕੇ ਡਿਵਾਈਡਡ ਬਾਏ ਨੰਬਰ ਆਫ ਵੈਲਿਊਜ਼ ਦੇ। ਅਸੀਂ ਰਾਜੇ ਬਹੁਤ ਜਿਹੜਾ ਲਾਸਟ ਲੈਕਚਰ ਦੇ ਵਿੱਚ ਅਸੀਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪੜ੍ਹਿਆ ਸੀਗਾ ਕਿ ਡਿਫਰੈਂਟ ਸੀਰੀਜ਼ ਦੇ ਬਾਰੇ। ਅਸੀਂ ਪੜ੍ਹਿਆ ਸੀਗਾ ਕਿ ਸਾਡੇ ਕੋਲ 3 ਤਰ੍ਹਾਂ ਦੀ ਸੀਰੀਜ਼ ਸੀਗੀ, ਇੰਡੀਵਿਜੂਅਲ ਸੀਰੀਜ਼, ਡਿਸਕ੍ਰੀਟ ਸੀਰੀਜ਼ ਤੇ ਗਰੁੱਪਡ ਸੀਰੀਜ਼। ਫਿਰ ਅਸੀਂ ਗਰੁੱਪਡ ਸੀਰੀਜ਼ ਦੀ ਵੀ ਗਾਂ 2 ਟਾਈਪਸ ਪੜ੍ਹੀਆਂ ਸੀਗੀਆਂ, ਜੋ ਕਿ ਸਾਡੇ ਕੋਲ ਇਨਕਲੂਸਿਵ ਤੇ ਐਕਸਕਲੂਸਿਵ ਸੀ। ਤਾਂ ਰਾਜੇ ਅਰਥਮੈਟਿਕ ਮੀਨ ਨੂੰ ਅਸੀਂ ਪੜ੍ਹਾਂਗੇ ਤਿੰਨੇ ਸੀਰੀਜ਼ ਦੇ ਅਕੋਰਡਿੰਗ ਕਿ ਅਸੀਂ ਮੀਨ ਕਿਸ ਤਰ੍ਹਾਂ ਫਾਈਂਡ ਆਊਟ ਕਰ ਸਕਦੇ ਹਾਂ ਜੇ ਸਾਡੇ ਕੋਲ ਡਾਟਾ ਇੰਡੀਵਿਜੂਅਲ ਫਾਰਮ 'ਚ ਦਿੱਤਾ ਹੋਵੇ, ਡਿਸਕ੍ਰੀਟ ਫਾਰਮ 'ਚ ਦਿੱਤਾ ਹੋਵੇ ਜਾਂ ਫਿਰ ਗਰੁੱਪਡ ਫਾਰਮ 'ਚ ਦਿੱਤਾ ਹੋਵੇ, ਜਾਂ ਫਿਰ ਸਾਡੀ ਨੀਡ ਦੇ ਅਕੋਰਡਿੰਗ ਅਸੀਂ ਡਾਟਾ ਇੰਡੀਵਿਜੂਅਲ ਸੀਰੀਜ਼ ਦੇ ਵਿੱਚ ਲਿਖ ਲਈਏ, ਗਰੁੱਪਡ ਸੀਰੀਜ਼ ਦੇ ਵਿੱਚ ਲਿਖ ਲਈਏ ਜਾਂ ਫਿਰ ਡਿਸਕ੍ਰੀਟ ਸੀਰੀਜ਼ ਦੇ ਵਿੱਚ ਲਿਖ ਲਈਏ। ਇਹ ਸਾਡੀ ਨੀਡ ਦੇ ਅਕੋਰਡਿੰਗ ਵੀ ਅਸੀਂ ਗੱਲ ਕੀਤੀ ਸੀ। ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਰਾਜੇ ਇੰਡੀਵਿਜੂਅਲ ਸੀਰੀਜ਼ ਦੀ। ਫਸਟ ਅਸੀਂ ਗੱਲ ਕਰ ਰਹੇ ਹਾਂ ਇੰਡੀਵਿਜੂਅਲ ਸੀਰੀਜ਼ ਦੀ। ਇੰਡੀਵਿਜੂਅਲ ਸੀਰੀਜ਼ ਦੇ ਵਿੱਚ ਅਸੀਂ ਕਿਹਾ ਸੀਗਾ ਕਿ ਜਿਵੇਂ ਬੱਚੇ ਸਾਨੂੰ ਜਿਹੜਾ ਆਪਦੇ ਨੰਬਰ ਦੱਸੀ ਜਾਂਦੇ ਨੇ ਉਵੇਂ ਅਸੀਂ ਉਹਨਾਂ ਦੇ ਨੰਬਰ ਜਿਹੜੇ ਆ ਲਿਖੀ ਜਾਂਦੇ ਨੇ। ਸਪੋਜ਼ ਮੈਂ ਕਿਸੇ ਬੱਚੇ ਤੋਂ ਮਾਰਕਸ ਪੁੱਛੇ, ਕਲਾਸਰੂਮ ਦੇ ਵਿੱਚ ਟੈਸਟ ਕੀਤਾ ਤਾਂ ਉਸ ਦੇ ਵਿੱਚ ਬੱਚਿਆਂ ਦੇ ਨੰਬਰ ਆਏ 5, 7, 9, 5, 10 ਤੇ 12। ਇਹ ਆਪਾਂ ਕੀ ਕੀਤਾ, ਬੱਚਿਆਂ ਤੋਂ ਨੰਬਰ ਪੁੱਛ ਲਏ। 6 ਬੱਚਿਆਂ ਤੋਂ ਮੈਂ ਨੰਬਰ ਪੁੱਛੇ, ਉਹਨਾਂ ਨੇ ਮੈਨੂੰ ਆਪਣੇ ਨੰਬਰ ਦੱਸ ਦਿੱਤੇ। ਹੁਣ ਮੈਂ ਜੇ ਅਗਰ ਐਵਰੇਜ ਫਾਈਂਡ ਆਊਟ ਕਰਨੀ ਹੈ, ਮੀਨ ਫਾਈਂਡ ਆਊਟ ਕਰਨਾ, ਅਰਿਥਮੈਟਿਕ ਮੀਨ ਫਾਈਂਡ ਆਊਟ ਕਰਨਾ, ਤਾਂ ਸਾਨੂੰ ਪਤਾ ਅਸੀਂ ਕੀ ਯੂਜ਼ ਕਰਾਂਗੇ, ਆਹ ਫਾਰਮੂਲਾ ਸਮ ਆਫ ਆਲ ਵੈਲਿਊਜ਼ 5 + 7 + 9 + 5 + 10 + 12 ਡਿਵਾਈਡਡ ਬਾਏ ਸਾਡੇ ਕੋਲ ਕਿੰਨਾ ਆ ਜਾਊਗਾ 6। ਇਹ ਆਪਣੇ ਕੋਲ ਕਿੰਨਾ ਆ ਜਾਊਗਾ ਰਾਜੇ 8। ਤਾਂ ਆਪਾਂ ਕੱਢ ਲਿਆ ਮੀਨ। ਇੱਥੋਂ ਮੀਨ ਕਿੰਨਾ ਆ ਗਿਆ ਆਪਣੇ ਕੋਲ 8। ਮੀਨ ਦਾ ਅਗਰ ਫਾਰਮੂਲੇ ਦੀ ਗੱਲ ਕਰੀਏ ਤਾਂ ਰਾਜੇ ਇਹ ਆਪਣੇ ਕੋਲ ਹੁੰਦਾ ਹੈ ਸਮ ਆਫ ਆਲ ਵੈਲਿਊਜ਼ ਡਿਵਾਈਡਡ ਬਾਏ ਨੰਬਰ ਆਫ ਵੈਲਿਊਜ਼। ਇਸ ਨੂੰ ਇਸ ਤਰ੍ਹਾਂ ਵੀ ਰਿਪਰੈਜ਼ੈਂਟ ਕਰਦੇ ਨੇ ਸਿਗਮਾ xi/n। ਅਗਰ ਆਪਾਂ ਇੰਡੀਵਿਜੂਅਲ ਸੀਰੀਜ਼ ਦੀ ਗੱਲ ਕਰੀਏ ਤਾਂ ਜਿਹੜਾ ਮੀਨ ਹੈ ਉਹ ਅਸੀਂ ਕਿਸ ਤਰ੍ਹਾਂ ਫਾਈਂਡ ਆਊਟ ਕਰਾਂਗੇ, ਉਹ ਫਾਈਂਡ ਆਊਟ ਕਰਾਂਗੇ ਸਿਗਮਾ xi ਡਿਵਾਈਡਡ ਬਾਏ n। xi ਸਾਡੇ ਕੋਲ ਕੀ ਹੈ, ਜਿਹੜੇ ਨੰਬਰ ਨੇ ਆਪਣੇ ਕੋਲ ਮਾਰਕਸ ਨੇ ਉਹਨਾਂ ਦਾ ਜੋੜ ਸਿਗਮਾ xi ਹੈ। ਤੇ ਸਮਾਲ n ਕਿਹਨੂੰ ਰਿਪਰੈਜ਼ੈਂਟ ਕਰ ਰਿਹਾ, ਉਹ ਰਿਪਰੈਜ਼ੈਂਟ ਕਰ ਰਿਹਾ ਨੰਬਰ ਆਫ ਵੈਲਿਊਜ਼ ਨੂੰ ਜਾਂ ਫਿਰ ਨੰਬਰ ਆਫ ਮਾਰਕਸ ਜਿਹੜੇ ਅਸੀਂ ਬੱਚਿਆਂ ਤੋਂ ਇੰਡੀਵਿਜੂਅਲੀ ਪੁੱਛ ਕੇ ਲਿਖੇ ਸੀ। ਇਸ ਫਾਰਮੂਲੇ ਦੀ ਨੋਟੇਸ਼ਨ ਦੀ ਗੱਲ ਕਰੀਏ ਤਾਂ ਰਾਜੇ ਸਾਨੂੰ ਪਤਾ x ਬਾਰ ਜਿਹੜਾ ਹੈ ਉਹ ਰਿਪਰੈਜ਼ੈਂਟ ਕਰ ਰਿਹਾ ਮੀਨ ਨੂੰ। ਸਿਗਮਾ xi ਜਿਹੜਾ ਰਿਪਰੈਜ਼ੈਂਟ ਕਰ ਰਿਹਾ ਉਹ ਆਪਾਂ ਨੂੰ ਰਿਪਰੈਜ਼ੈਂਟ ਕਰ ਰਿਹਾ ਨੰਬਰ ਆਫ ਵੈਲਿਊਜ਼, ਸਮ ਆਫ ਆਲ ਵੈਲਿਊਜ਼ ਆਫ ਸੀਰੀਜ਼ ਨੂੰ। ਸਮ ਆਫ ਆਲ ਵੈਲਿਊਜ਼ ਆਫ ਸੀਰੀਜ਼ ਨੂੰ। ਤੇ ਜਿਹੜਾ ਸਾਡੇ ਕੋਲ n ਹੈ, ਸਮਾਲ n ਕਿਸ ਨੂੰ ਰਿਪਰੈਜ਼ੈਂਟ ਕਰ ਰਿਹਾ ਨੰਬਰ ਆਫ ਵੈਲਿਊਜ਼ ਨੂੰ। ਵੀ ਸਾਡੇ ਕੋਲ ਕਿੰਨੀਆਂ ਵੈਲਿਊਜ਼ ਨੇ, 6 ਨੇ, 8 ਨੇ, 10 ਨੇ। ਰਾਜੇ ਆ ਜਿਹੜਾ ਫਾਰਮੂਲਾ ਮੀਨ ਕੱਢਣ ਦਾ ਇਹ ਤਾਂ ਇੰਪੋਰਟੈਂਟ ਹੈ ਹੀ ਹੈ, ਲੇਕਿਨ ਇਸ ਫਾਰਮੂਲੇ ਨੂੰ ਅਸੀਂ ਜਿਹੜਾ ਹੈ ਉਹ ਰੀਅਰੇਂਜ ਕਰਾਂਗੇ ਤਾਂ ਸਾਡੇ ਕੋਲ ਬਹੁਤ ਹੀ ਇੰਪੋਰਟੈਂਟ ਫਾਰਮੂਲਾ ਆ ਜਾਂਦਾ ਹੈ। ਕੁਐਸਚਨ ਹਮੇਸ਼ਾ ਪੇਪਰ ਦੇ ਵਿੱਚ ਆਉਂਦੇ ਨੇ। ਤੁਸੀਂ ਚਾਹੇ ਮਾਸਟਰ ਕਾਡਰ ਦੀ ਗੱਲ ਕਰੋ, ਚਾਹੇ KVS ਦੇ ਪੇਪਰ ਦੀ ਗੱਲ ਕਰੋ, ਚਾਹੇ ਕਿਸੇ ਵੀ ਹੋਰ ਜਿਹੜਾ ਸਾਡਾ ਲੈਵਲ ਹੋਵੇ ਇਸ ਪੇਪਰ ਦਾ ਸੇਮ ਸਿਲੇਬਸ ਨਾਲ ਰਿਲੇਟਡ ਹੋਵੇ, ਉਹਦੇ ਵਿੱਚ ਜਿਹੜਾ ਇਹ ਕੁਐਸਚਨ ਆਉਂਦਾ ਹੈ ਕਿ ਅਸੀਂ ਉਸ ਦੇ ਵਿੱਚ ਫਾਈਂਡ ਆਊਟ ਕਰਨਾ ਹੁੰਦਾ ਹੈ ਨੰਬਰ ਆਫ ਵੈਲਿਊਜ਼ ਨੂੰ। ਤੁਹਾਨੂੰ ਮੀਨ ਦੇ ਦੇਣਗੇ। ਸਪੋਜ਼ ਆਪਾਂ ਐਗਜ਼ਾਮਪਲ ਨਾਲ ਸਮਝ ਲੈਂਦੇ ਹਾਂ। ਵੈਸੇ ਤਾਂ ਅਸੀਂ ਜਿਹੜਾ ਇਸ ਟੌਪਿਕ ਦੇ ਖਤਮ ਹੋਣ ਤੋਂ ਬਾਅਦ ਇਹਨਾਂ ਟੌਪਿਕਸ ਦੇ ਜੋ ਅਸੀਂ ਅੱਜ ਕਰਨੇ ਨੇ, ਇਸ ਤੋਂ ਬਾਅਦ ਅਸੀਂ MCQs ਹੀ ਜ਼ਿਆਦਾ ਪ੍ਰੈਕਟਿਸ ਕਰਨੇ ਨੇ ਅੱਜ ਦੇ ਇਸ ਲੈਕਚਰ ਵਿੱਚ ਹੀ। ਲੇਕਿਨ ਫਿਰ ਵੀ ਮੈਂ ਇੱਕ ਐਗਜ਼ਾਮਪਲ ਲੈ ਕੇ ਤੁਹਾਨੂੰ ਸਮਝਾਉਣਾ ਹੈ ਕਿ ਸਪੋਜ਼ ਤੁਹਾਨੂੰ ਕਹਿ ਦੇਣ ਕਿ ਮੀਨ ਦੇ ਰੱਖਿਆ ਤੁਹਾਨੂੰ ਦੇ ਰੱਖਿਆ 7 ਤੇ ਤੁਹਾਨੂੰ ਕਹਿ ਦਿੱਤਾ ਗਿਆ ਹੈ ਕਿ ਫਾਈਂਡ ਕਰਨਾ ਨੰਬਰ ਆਫ ਵੈਲਿਊਜ਼ ਨੂੰ, ਤੇ ਕਹਿ ਦਿੱਤਾ ਗਿਆ ਸਮ ਆਫ ਵੈਲਿਊਜ਼ ਜਿਹੜੀਆਂ ਨੇ, ਸਮ ਆਫ
ਵੈਲਿਊਜ਼ ਜਿਹੜੀਆਂ ਨੇ ਉਹ 49 ਹੈ ਤੇ ਸੀ ਦੱਸਣਾ ਵੀ ਨੰਬਰ ਆਫ ਵੈਲਿਊਜ਼ ਕਿੰਨੀਆਂ ਹੋਣਗੀਆਂ, ਨੰਬਰ ਆਫ ਵੈਲਿਊਜ਼ ਫਾਈਂਡ ਆਊਟ ਕਰਨੀ ਹੈ। ਹੁਣ ਇੱਥੇ ਰਾਜੇ ਜੇ ਅਸੀਂ ਇਹ ਫਾਰਮੂਲੇ ਨੂੰ ਰੀਅਰੇਂਜ ਕਰ ਲਈਏ ਮੀਨ ਵਾਲੇ ਫਾਰਮੂਲੇ ਨੂੰ ਤਾਂ ਸਾਡੇ ਕੋਲ ਕੀ ਬਣ ਜਾਏਗਾ, ਅਸੀਂ x ਬਾਰ ਇਜ਼ ਇਕੁਅਲ ਟੂ ਸਿਗਮਾ xi ਅਪੋਨ n ਇਹਨੂੰ ਅਸੀਂ ਮੀਨ ਕਿਹਾ ਸੀ। ਤੇ ਜੇ ਗੱਲ ਕਰੀਏ ਸਮ ਆਫ ਵੈਲਿਊਜ਼ ਨੂੰ, ਜੇ ਉਹਨੂੰ ਕਿਸ ਤਰ੍ਹਾਂ ਲਿਖ ਸਕਦੇ ਹਾਂ, ਉਹ ਆ ਜੋ ਆਪਣੇ ਕੋਲ n ਇੰਟੂ x ਬਾਰ ਦੇ ਇਕੁਅਲ। ਤਾਂ ਹੁਣ ਆਪਾਂ ਨੂੰ ਕੁਐਸਚਨ ਦੇ ਵਿੱਚ ਕੀ ਕਿਹਾ ਗਿਆ, ਕੁਐਸਚਨ 'ਚ ਅਸੀਂ ਫਾਈਂਡ ਆਊਟ ਕਰਨਾ ਨੰਬਰ ਆਫ ਵੈਲਿਊਜ਼ n ਨੂੰ, ਤੇ ਸਾਡੇ ਕੋਲ ਸਿਗਮਾ xi ਦੀ ਵੈਲਿਊ ਕਿੰਨੀ ਦੇ ਰੱਖੀ ਹੈ 49, n ਇੰਟੂ x ਬਾਰ ਕਿੰਨਾ ਦੇ ਰੱਖਿਆ ਸਾਡੇ ਕੋਲ 7, ਤਾਂ n ਆਪਣੇ ਕੋਲ ਕਿੰਨਾ ਆ ਜਾਊਗਾ 7 ਆ ਜਾਊਗਾ। ਤਾਂ ਆ ਜਿਹੜਾ ਮੀਨ ਦਾ ਫਾਰਮੂਲਾ ਰਾਜੇ ਸਾਡੇ ਕੋਲ ਇਹਨੂੰ ਰੀਅਰੇਂਜ ਕਰਕੇ ਜਿਹੜਾ ਤੁਸੀਂ ਕੁਐਸਚਨਸ ਨੂੰ ਸੋਲਵ ਕਰ ਸਕਦੇ ਹੋ। ਜ਼ਰੂਰੀ ਨਹੀਂ ਉੱਥੇ ਤੁਹਾਡੇ ਕੋਲ ਮੀਨ ਕੱਢਣ ਲਈ ਕਿਹਾ ਜਾਵੇ, ਤੁਹਾਨੂੰ ਉੱਥੇ ਸਮ ਆਫ ਵੈਲਿਊਜ਼ ਵੀ ਕੱਢਣ ਲਈ ਕਹਿ ਸਕਦੇ ਨੇ, ਨੰਬਰ ਆਫ ਵੈਲਿਊਜ਼ ਵੀ ਕੱਢਣ ਲਈ ਕਹਿ ਸਕਦੇ ਨੇ। ਤਾਂ ਜਿਹੜਾ ਆ ਫਾਰਮੂਲਾ ਹੈ ਇਹ ਤਾਂ ਇੰਪੋਰਟੈਂਟ ਹੈ ਹੀ, ਲੇਕਿਨ ਜਿਹੜਾ ਇਹਨੂੰ ਰੀਅਰੇਂਜ ਕਰਕੇ ਫਾਰਮੂਲਾ ਹੁੰਦਾ ਸਿਗਮਾ xi ਇਜ਼ ਇਕੁਅਲ ਟੂ n ਇੰਟੂ x ਬਾਰ, ਆ ਜਿਹੜਾ ਫਾਰਮੂਲਾ ਹੈ ਰਾਜੇ ਇਹ ਵੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਤਾਂ ਇਹਨੂੰ ਵੀ ਜਿਹੜਾ ਯਾਦ ਰੱਖਣਾ ਕਿਉਂਕਿ ਇਹਦਾ ਯੂਜ਼ ਬਹੁਤ ਹੁੰਦਾ ਕੁਐਸਚਨ ਨੂੰ ਸੋਲਵ ਕਰਨ ਦੇ ਵਿੱਚ। ਨੈਕਸਟ ਸਾਡੇ ਕੋਲ ਹੈ ਡਿਸਕ੍ਰੀਟ ਸੀਰੀਜ਼। ਡਿਸਕ੍ਰੀਟ ਸੀਰੀਜ਼ ਦੇ ਵਿੱਚ ਸਾਨੂੰ ਪਤਾ ਅਸੀਂ ਕੀ ਕਰਦੇ ਹਾਂ, ਫ੍ਰੀਕੁਐਂਸੀ ਜਿਹੜੀ ਆ ਉਹ ਲਿਖਦੇ ਹਾਂ ਨਾਲ। ਮਾਰਕਸ ਅਸੀਂ ਸੇਮ ਯੂਜ਼ ਕੀਤੇ ਨੇ ਇੰਡੀਵਿਜੂਅਲ ਸੀਰੀਜ਼ ਵਾਲੀ, ਜੋ ਸੀਰੀਜ਼ ਯੂਜ਼ ਕੀਤੀ ਸੀ ਸੇਮ 5 7 9 10 12। ਫ੍ਰੀਕੁਐਂਸੀ ਉਹਨਾਂ ਦੀ ਮੈਂ ਨਾਲ ਲਿਖ ਲਈ ਰਾਜੇ ਟੇਬਲ ਦੇ ਵਿੱਚ। ਤੇ ਇਸ ਨੂੰ ਡਿਸਕ੍ਰੀਟ ਸੀਰੀਜ਼ ਦੇ ਵਿੱਚ ਮੀਨ ਕੱਢਣ ਦਾ ਫਾਰਮੂਲਾ ਕੀ ਹੁੰਦਾ ਹੈ, ਸੇਮ ਹੀ ਫਾਰਮੂਲਾ ਹੁੰਦਾ ਸਮ ਆਫ ਆਲ ਵੈਲਿਊਜ਼ ਡਿਵਾਈਡਡ ਬਾਏ ਨੰਬਰ ਆਫ ਵੈਲਿਊਜ਼ ਦੇ। ਹੁਣ ਅਸੀਂ ਜਿਹੜਾ ਹੈ ਸਮ ਆਫ ਵੈਲਿਊਜ਼ ਦਾ ਮਤਲਬ ਸਮਝਦੇ ਹਾਂ ਕੀ ਹੁੰਦਾ ਹੈ। ਸਮ ਆਫ ਵੈਲਿਊਜ਼ ਦਾ ਮਤਲਬ ਹੁੰਦਾ ਰਾਜੇ ਸਭ ਤੋਂ ਪਹਿਲਾਂ ਸਾਡਾ ਜਿਹੜਾ ਹੈ ਮਾਰਕਸ ਦੇ ਰੱਖੇ ਨੇ, ਮਾਰਕਸ ਦੇ ਰੱਖੇ ਨੇ ਕਿ 5 ਨੰਬਰ ਨੇ ਕਿੰਨੇ ਬੱਚਿਆਂ ਦੇ, 2 ਬੱਚਿਆਂ ਦੇ 5 ਨੰਬਰ ਨੇ। ਤਾਂ 5 ਨੰਬਰ 2 ਬੱਚਿਆਂ ਦੇ ਨੇ ਤਾਂ ਟੋਟਲ ਕਿੰਨੇ ਹੋ ਗਏ ਸਾਡੇ ਕੋਲ, ਟੋਟਲ ਹੋ ਗਏ ਆਪਣੇ ਕੋਲ 10 ਬੱਚੇ। ਟੋਟਲ ਦਾ ਮਤਲਬ ਹੈ ਵੀ ਇਹਨਾਂ ਦੋਨਾਂ ਨੂੰ ਮਿਲਾ ਕੇ। ਹੁਣ 7 ਨੰਬਰ ਨੇ ਸਿਰਫ ਇੱਕ ਬੱਚੇ ਦੇ ਨੇ ਤਾਂ ਕਿੰਨੇ ਨੰਬਰ ਹੋ ਗਏ, 7 ਹੋ ਗਏ ਇਹਨਾਂ ਨੂੰ ਮਿਲਾ ਕੇ। 9 ਨੰਬਰ ਕਿੰਨੇ ਬੱਚਿਆਂ ਦੇ ਨੇ, ਇੱਕ ਬੱਚੇ ਦੇ ਨੇ ਤਾਂ ਕਿੰਨੇ ਨੰਬਰ ਹੋ ਗਏ ਇਹਨਾਂ ਨੂੰ ਮਿਲਾ ਕੇ 9। 10 ਨੰਬਰ ਕਿੰਨੇ ਬੱਚਿਆਂ ਦੇ ਨੇ, ਇੱਕ ਬੱਚੇ ਦੇ ਨੇ ਤਾਂ ਕਿੰਨੇ ਨੰਬਰ ਹੋ ਗਏ ਇਹਨੂੰ ਮਿਲਾ ਕੇ 10। ਤਾਂ 12 ਨੰਬਰ ਜਿਹੜੇ ਨੇ ਸਿਰਫ ਇੱਕ ਬੱਚੇ ਦੇ ਨੇ ਤਾਂ ਕਿੰਨੇ ਨੰਬਰ ਹੋ ਗਏ ਇਹਨਾਂ ਨੂੰ ਮਿਲਾ ਕੇ 12। ਅਸੀਂ ਇਸ ਨੂੰ ਬੋਲਦੇ ਹਾਂ XI FI। ਫ੍ਰੀਕੁਐਂਸੀ ਨੂੰ ਅਸੀਂ FI ਨਾਲ ਰਿਪਰੈਜ਼ੈਂਟ ਕਰਦੇ ਹਾਂ, ਮਾਰਕਸ ਨੂੰ ਅਸੀਂ XI ਨਾਲ। ਤਾਂ ਆਪਣੇ ਕੋਲ ਜਦੋਂ ਟੋਟਲ ਪਤਾ ਕਰਨਾ ਹੁੰਦਾ, ਸਮ ਪਤਾ ਕਰਨਾ ਹੁੰਦਾ ਹੈ, ਜਿਹੜਾ ਸਮ ਹੁੰਦਾ ਰਾਜੇ ਉਹ ਬਰਾਬਰ ਹੁੰਦਾ ਸਿਗਮਾ XI FI ਦੇ, ਤੇ ਨੰਬਰ ਆਫ ਵੈਲਿਊਜ਼ ਜਿਹੜੀਆਂ ਹੁੰਦੀਆਂ ਨੇ ਉਹ ਬਰਾਬਰ ਹੁੰਦੀਆਂ ਸਿਗਮਾ FI ਦੇ, ਜਾਂ ਫਿਰ ਕੈਪੀਟਲ N ਵੀ ਲਿਖ ਦਿੰਦੇ ਆ। ਤਾਂ ਟੋਟਲ ਸਾਡੇ ਕੋਲ ਜੇ ਇੱਥੇ ਆ ਜਾਊਗਾ ਫ੍ਰੀਕੁਐਂਸੀ ਦਾ, ਜਿਸ ਨੂੰ ਅਸੀਂ ਸਿਗਮਾ FI ਲਿਖਿਆ, ਉਹ ਸਾਡੇ ਕੋਲ ਕਿੰਨਾ ਆ ਜਾਏਗਾ, ਉਹ ਆਪਾਂ ਨੂੰ ਆਲਰੇਡੀ ਲਾਸਟ ਅਸੀਂ ਜਿਹੜਾ ਇੰਡੀਵਿਜੂਅਲ ਸੀਰੀਜ਼ ਦੇ ਵਿੱਚ ਵੀ ਇਹੀ ਕੀਤਾ ਸੀਗਾ, ਸੇਮ 6 ਹੀ ਆਉਂਦਾ ਗਾ। ਤੇ ਜਦੋਂ ਅਸੀਂ XI FI ਨੂੰ ਐਡ ਕਰਾਂਗੇ ਤਾਂ ਸਾਡੇ ਕੋਲ ਕਿੰਨਾ ਆ ਜਾਏਗਾ 48 ਆ ਜਾਏਗਾ। ਹੁਣ ਜੇ ਆਪਾਂ ਨੂੰ ਪਤਾ ਹੈ ਕਿ ਮੀਨ ਕਿਸ ਤਰ੍ਹਾਂ ਫਾਈਂਡ ਆਊਟ ਕਰਦੇ ਆ, ਮੀਨ ਡਿਸਕ੍ਰੀਟ ਸੀਰੀਜ਼ ਦੀ ਗੱਲ ਕਰ ਰਹੇ ਹਾਂ, ਉਹ ਹੁੰਦਾ ਹੈ ਸਿਗਮਾ XI FI ਡਿਵਾਈਡਡ ਬਾय ਸਿਗਮਾ FI ਜਾਂ ਫਿਰ ਕੈਪੀਟਲ N ਵੀ ਲਿਖ ਸਕਦੇ ਹਾਂ। ਤਾਂ ਆਪਣੇ ਕੋਲ ਆਨਸਰ ਕਿੰਨਾ ਆ ਗਿਆ, ਆਨਸਰ ਆ ਗਿਆ 8। ਤਾਂ ਤੁਸੀਂ ਦੇਖੋਗੇ ਕਿ ਜਿਹੜੀ ਇੰਡੀਵਿਜੂਅਲ ਸੀਰੀਜ਼ ਹੈ ਤੇ ਜਿਹੜੀ ਡਿਸਕ੍ਰੀਟ ਸੀਰੀਜ਼ ਹੈ, ਇਹਨਾਂ ਦੋਨਾਂ ਵਿੱਚ ਜਿਹੜੀ ਮੀਨ ਦੀ ਵੈਲਿਊ ਹੈ ਉਹ ਐਗਜ਼ੈਕਟਲੀ ਸੇਮ ਆਉਂਦੀ ਹੈ। ਮੀਨ ਜਿਹੜੀ ਹੈ ਆਪਣੇ ਕੋਲ, ਗੱਲ ਕਰੀਏ ਇੰਡੀਵਿਜੂਅਲ ਸੀਰੀਜ਼ ਦੀ ਤੇ ਜਾਂ ਗੱਲ ਕਰੀਏ ਡਿਸਕ੍ਰੀਟ ਸੀਰੀਜ਼ ਦੀ, ਦੋਨਾਂ ਵਿੱਚ ਜਿਹੜੀ ਵੈਲਿਊ ਹੈ ਉਹ ਐਗਜ਼ੈਕਟਲੀ ਕੀ ਆਉਂਦੀ ਹੈ, ਸੇਮ ਆਉਂਦੀ ਹੈ। ਲੇਕਿਨ ਅਜੇ ਅਗਰ ਆਪਾਂ ਗੱਲ ਕਰੀਏ ਕੰਟੀਨਿਊਸ ਸੀਰੀਜ਼ ਦੀ, ਤਾਂ ਇਹ ਜਿਹੜੀ ਮੀਨ ਹੈ ਉੱਥੇ ਜਾ ਕੇ ਜਿਹੜੀ ਆ ਵੇਰੀਏਸ਼ਨ ਸ਼ੋ ਕਰਦੀ ਹੈ। ਉਹ ਵੇਰੀਏਸ਼ਨ ਕਿਉਂ ਸ਼ੋ ਕਰਦੀ ਹੈ ਉਹਦੇ ਬਾਰੇ ਵੀ ਡਿਸਕਸ ਕਰਦੇ ਹਾਂ ਕੰਟੀਨਿਊਸ ਸੀਰੀਜ਼ ਦੇ ਵਿੱਚ। ਪਰ ਸਾਡੇ ਕੋਲ ਸੀਰੀਜ਼ ਹੈ ਜਿਹੜੀ ਉਹ ਗਰੁੱਪਡ ਸੀਰੀਜ਼, ਜਿਸ ਨੂੰ ਅਸੀਂ ਕੰਟੀਨਿਊਸ ਸੀਰੀਜ਼ ਵੀ ਬੋਲ ਦਿੰਦੇ ਹਾਂ ਰਾਜੇ। ਕੰਟੀਨਿਊਸ ਜਾਂ ਫਿਰ ਗਰੁੱਪਡ ਸੀਰੀਜ਼ ਜਿਹੜੀ ਆ ਉਹ ਡਿਫਰੈਂਟ ਹੈ, ਥੋੜੀ ਵੇਰੀਏਸ਼ਨ ਸ਼ੋ ਕਰਦੀ ਆ। ਅਗਰ ਗੱਲ ਕਰੀਏ ਮੀਨ ਦੀ, ਅਸੀਂ ਇੰਡੀਵਿਜੂਅਲ ਸੀਰੀਜ਼ ਤੇ ਡਿਸਕ੍ਰੀਟ ਸੀਰੀਜ਼ ਦੇ ਵਿੱਚ ਮੀਨ ਫਾਈਂਡ ਆਊਟ ਕੀਤਾ, ਸੇਮ ਸੀਰੀਜ਼ ਯੂਜ਼ ਕਰਕੇ ਤੁਸੀਂ ਗਰੁੱਪਡ ਸੀਰੀਜ਼ ਦੇ ਵਿੱਚ ਵੀ ਜਿਹੜਾ ਮੀਨ ਫਾਈਂਡ ਆਊਟ ਕਰਕੇ ਦੇਖਿਓ, ਜਿਹੜਾ ਵੇਰੀਏਸ਼ਨ ਤੁਹਾਨੂੰ ਨਜ਼ਰ ਆਵੇਗੀ। ਅਸੀਂ ਐਗਜ਼ਾਮਪਲ ਨਾਲ ਵੀ ਸਮਝਦੇ ਹਾਂ। ਇੱਥੇ ਰਾਜੇ ਅਸੀਂ ਕੀ ਕੀਤਾ, ਮਾਸਟਰ ਕੈਡਰ ਦੇ ਸਪੋਜ਼ ਜਿਹੜੇ ਬੱਚੇ ਨੇ ਟੋਟਲ 10,000 ਬੱਚੇ ਨੇ, ਮਾਸਟਰ ਕਾਡਰ ਦੇਣ ਵਾਲੇ ਬੱਚੇ ਜਿਨ੍ਹਾਂ ਨੇ ਦਿੱਤਾ ਪੇਪਰ 10,000 ਬੱਚੇ ਨੇ। ਤਾਂ ਅਸੀਂ ਕੀ ਕੀਤਾ, ਉਹਨਾਂ ਦੇ ਜਿਹੜੇ ਮਾਰਕਸ ਨੇ ਉਹਨਾਂ ਦੀ ਜਿਹੜੀ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਕ੍ਰੀਏਟ ਕਰ ਲਈ। ਸਾਨੂੰ ਪਤਾ ਇਹ ਆਪਣੇ ਕੋਲ ਹੁੰਦਾ ਹੈ XI, ਇਹ ਆਪਣੇ ਕੋਲ FI ਫ੍ਰੀਕੁਐਂਸੀ। ਮੈਂ ਕੀ ਕੀਤਾ, 30 ਦੇ ਗਰੁੱਪ ਬਣਾ ਲਏ ਮਾਰਕਸ ਦੇ ਵਿੱਚ, 0 ਤੋਂ ਲੈ ਕੇ 30 ਤੋਂ ਲੈ ਕੇ 60 ਤੋਂ 90 ਤੋਂ 120 ਤੋਂ 150 ਦੇ ਵਿੱਚ ਹੈ ਨਾ। ਤੇ ਹੁਣ ਕੀ ਕੀਤਾ ਰਾਜੇ, ਮੈਂ ਨੰਬਰ ਪੁੱਛਣੇ ਸ਼ੁਰੂ ਕਰ ਦਿੱਤੇ ਤੇ ਮੈਂ ਦੇਖਿਆ 0 ਤੋਂ ਲੈ ਕੇ 30 ਤੱਕ ਜਿਹੜੇ ਬੱਚੇ ਸੀਗੇ ਉਹ ਮੇਰੇ ਕੋਲ ਸੀ 6122 ਬੱਚੇ ਸੀਗੇ।
6122 ਬੱਚੇ ਸੀ। ਹੁਣ ਮੈਨੂੰ ਸਿਰਫ ਇੰਨਾ ਪਤਾ ਹੈ ਵੀ 6122 ਬੱਚਿਆਂ ਦੇ ਮਾਰਕਸ ਜਿਹੜੇ ਆ ਉਹ 0 ਤੋਂ ਲੈ ਕੇ 30 ਦੇ ਵਿੱਚ ਲਾਈ ਕਰਦੇ ਨੇ। ਪਰ ਮੈਂ ਇਹਨਾਂ ਤੋਂ ਕੋਈ ਡਿਟੇਲ ਨਹੀਂ ਮੰਗੀ, ਐਗਜ਼ੈਕਟ ਜਿਹੜੇ ਆ ਉਹਨਾਂ ਦੇ ਜਿਹੜੇ ਆ ਨੰਬਰ ਮੈਨੂੰ ਯਾਦ ਵੀ ਨਹੀਂ, ਮੈਂ ਉਹਨਾਂ ਦੇ ਨੰਬਰ ਲਿਖੇ ਵੀ ਨਹੀਂ ਵੀ ਜਿਹੜੇ 6122 ਬੱਚੇ ਨੇ ਇਹਨਾਂ ਇੰਡੀਵਿਜੂਅਲੀ ਇਹਨਾਂ ਦੇ ਕਿੰਨੇ ਨੰਬਰ ਨੇ। ਇੰਡੀਵਿਜੂਅਲੀ ਤਾਂ ਅਸੀਂ ਲਿਖ ਹੀ ਨਹੀਂ ਸਕਦੇ ਕਿਉਂਕਿ ਸਾਨੂੰ ਪਤਾ ਹੈ ਕਿ ਇੰਨੀ ਵੱਡੀ ਗਿਣਤੀ ਹੈ, 10,000 ਬੱਚਿਆਂ ਦੀ ਗਿਣਤੀ ਹੈ, ਠੀਕ ਹੈ। ਤਾਂ 10,000 ਬੱਚਿਆਂ ਦੀ ਗਿਣਤੀ ਵਾਸਤੇ ਜੇ ਇੰਡੀਵਿਜੂਅਲੀ ਲਿਖਣ ਬਹਿ ਜਾਵਾਂਗੇ ਫਿਰ ਤਾਂ ਰਾਜੇ ਉਹ ਹੋ ਗਿਆ ਕੰਮ। ਤਾਂ ਮੈਂ ਕੀ ਕੀਤਾ, ਕੋਈ ਵੀ ਡਿਟੇਲ ਨਹੀਂ ਮੰਗੀ, ਮੈਂ ਜਸਟ ਪੁੱਛਦਾ ਗਿਆ, ਨਾਲ ਦੀ ਨਾਲ ਮੈਂ ਬੱਚਿਆਂ ਦੀ ਗਿਣਤੀ ਜਿਹੜੀ ਅਕਾਊਂਟ ਕਰਦਾ ਗਿਆ, ਮੈਂ ਦੇਖਿਆ ਵੀ 6122 ਬੱਚੇ ਹੋ ਗਏ। ਹੁਣ ਰਾਜੇ ਮੈਂ ਕੀ ਕੀਤਾ, ਮੈਂ ਕਿਹਾ ਵੀ ਹੁਣ ਪਤਾ ਕਰਦੇ ਹਾਂ ਵੀ ਇੱਕ ਐਸਟੀਮੇਟ ਲਗਾਉਂਦੇ ਹਾਂ, ਇੱਕ ਪੋਸੀਬਿਲਿਟੀ ਜਿਹੜੀ ਕ੍ਰੀਏਟ ਕਰਦੇ ਹਾਂ ਵੀ ਬੱਚਿਆਂ ਦੇ ਨੰਬਰ ਜਿਹੜੇ ਆ ਉਹ ਕਿੰਨੇ ਕੁ ਬਣੇ ਹੋਣਗੇ, ਇਸ ਗਰੁੱਪ ਦੇ ਵਿੱਚ ਟੋਟਲ ਨੰਬਰ ਕਿੰਨੇ ਬਣੇ ਹੋਣਗੇ, ਇੱਕ ਪੋਸੀਬਿਲਿਟੀ ਕ੍ਰੀਏਟ ਕਰਦੇ ਹਾਂ ਨਾ। ਮੈਂ ਕੀ ਕੀਤਾ ਰਾਜੇ, ਮੈਂ ਸੋਚਿਆ ਵੀ ਜਿਹੜਾ ਮੈਂ ਬਣਾਇਆ ਹੈਗਾ ਗਰੁੱਪ 0 ਤੋਂ 30 ਵਾਲਾ, ਜੇ ਮੈਂ ਇਹਦਾ ਮਿਡ ਪੁਆਇੰਟ ਲੈ ਲਾਂ, ਜੇ ਮੈਂ ਕੀ ਕਰ ਲਾਂ ਇਹਦਾ ਮਿਡ ਪੁਆਇੰਟ ਲੈ ਲਾਂ, ਸਪੋਜ਼ ਇਸ ਨੂੰ ਮੈਂ MI ਨਾਲ ਰਿਪਰੈਜ਼ੈਂਟ ਕੀਤਾ ਜਾਂ M ਨਾਲ ਕਿਸੇ ਵੀ ਵਰਡ ਨਾਲ ਰਿਪਰੈਜ਼ੈਂਟ ਕਰ ਸਕਦੇ ਹੋ। ਮੈਂ ਕੀ ਕੀਤਾ, ਇਹਦਾ ਮਿਡ ਪੁਆਇੰਟ ਲੈ ਲਿਆ ਇਸ ਕਲਾਸ ਇੰਟਰਵਲ ਦਾ। ਮਿਡ ਪੁਆਇੰਟ ਕਿਉਂ ਲੈ ਲਿਆ, ਮਿਡ ਪੁਆਇੰਟ ਦਾ ਮਤਲਬ ਮੈਂ ਐਵਰੇਜ ਲੈ ਲਈ ਵੀ 15 ਦੇ ਨੇੜੇ ਤੇੜੇ ਸਭ ਬੱਚਿਆਂ ਦੇ ਨੰਬਰ ਹੋਣਗੇ ਜਿਹੜੇ ਇਸ ਗਰੁੱਪ 'ਚ ਲਾਈ ਕਰਦੇ ਨੇ। ਕਿਸੇ ਦੇ ਹੋ ਸਕਦਾ 14 ਹੋਣ, ਕਿਸੇ ਦੇ ਹੋ ਸਕਦਾ 13 ਹੋਣ। ਮੈਂ ਇਹ ਸਪੋਜ਼ ਕਰਕੇ ਚਲਾ ਗਿਆ ਕਿ ਬੱਚਿਆਂ ਦੇ ਨੰਬਰ ਜਿਹੜੇ ਨੇ ਉਹ 15 ਨੇ ਵੀ ਜਿਹੜੇ ਇਸ ਗਰੁੱਪ 'ਚ ਲਾਈ ਕਰਦੇ ਨੇ। ਇੱਕ ਐਸਟੀਮੇਟ ਲੈ ਲਿਆ ਮੈਂ, ਇੱਕ ਪੋਸੀਬਿਲਿਟੀ ਲੈ ਲਈ ਕਿ 15 ਨੰਬਰ ਹੋਣਗੇ ਰਾਜੇ। ਹੁਣ ਸਵਾਲ ਇੱਥੇ ਇਹ ਖੜਾ ਹੁੰਦਾ ਰਾਜੇ ਕਿ 15 ਨੰਬਰ ਜਿਹੜੇ ਨੇ ਮੈਂ ਸਪੋਜ਼ ਕੀਤੇ ਆ, ਐਵਰੇਜ ਕੱਢੀ ਹੈ ਇਸ ਕਲਾਸ ਇੰਟਰਵਲ ਦੀ, ਹੋ ਸਕਦਾ ਕਿਸੇ ਬੱਚੇ ਦੇ ਨੰਬਰ 0 ਹੋਣ, ਹੋ ਸਕਦਾ ਕਿਸੇ ਬੱਚੇ ਦੇ ਨੰਬਰ 2 ਹੋਣ, ਹੋ ਸਕਦਾ ਕਿਸੇ ਦੇ 9 ਹੋਣ। ਤਾਂ ਇਹ ਤਾਂ 0 9 ਤੇ 2, ਇਹ ਤਾਂ 15 ਤੋਂ ਕੋਸੋਂ ਦੂਰ ਨੇ। ਤਾਂ ਵੇਰੀਏਸ਼ਨ ਤੁਸੀਂ ਇੱਥੋਂ ਹੀ ਸਮਝ ਲਓ ਵੀ ਕਿੰਨੀ ਵੇਰੀਏਸ਼ਨ ਜਿਹੜੀ ਸਾਨੂੰ ਦੇਖਣ ਨੂੰ ਮਿਲੂਗੀ, ਕਿਉਂਕਿ ਜਿਹੜਾ ਆਪਣਾ ਗਰੁੱਪ ਸੀਰੀਜ਼ ਹੁੰਦੀ ਹੈ ਨਾ, ਕੰਟੀਨਿਊਸ ਸੀਰੀਜ਼ ਹੁੰਦੀ ਹੈ, ਇਹਦੇ ਵਿੱਚ ਜਿਹੜੀ ਸਾਡੇ ਕੋਲ ਵੈਲਿਊ ਹੁੰਦੀ ਹੈ ਬਹੁਤ ਲਾਰਜ ਨੰਬਰਸ ਦੇ ਵਿੱਚ ਹੁੰਦੀ ਹੈ। ਇਸੇ ਕਰਕੇ ਅਸੀਂ ਗਰੁੱਪਡ ਸੀਰੀਜ਼ ਯੂਜ਼ ਕਰਦੇ ਹਾਂ। ਇੰਡੀਵਿਜੂਅਲ ਸੀਰੀਜ਼ ਕਿਉਂ ਨਹੀਂ ਯੂਜ਼ ਕਰਦੇ, ਜਦੋਂ ਅਸੀਂ ਲਾਰਜ ਮਾਸ ਦੀ ਗੱਲ ਕਰੀਏ ਤਾਂ ਉਦੋਂ ਅਸੀਂ ਸਾਨੂੰ ਪਤਾ ਇੰਡੀਵਿਜੂਅਲ ਸੀਰੀਜ਼ ਦੇ ਵਿੱਚ ਇਸ ਨੂੰ ਜਿਹੜਾ ਲਿਖਣਾ ਇੰਪੋਸੀਬਲ ਹੈ। ਇੰਪੋਸੀਬਲ ਨਹੀਂ ਕਹੂੰਗਾ ਮੈਂ ਕਹੂੰਗਾ ਡਿਫਿਕਲਟ ਹੈ ਅਤੇ ਟਾਈਮ ਕੰਜ਼ਿਊਮਿੰਗ ਹੈ। ਅਤੇ ਟਾਈਮ ਦੀ ਬੱਚਤ ਲਈ ਅਤੇ ਡਾਟਾ ਜਿਹੜਾ ਸਾਡੇ ਕੋਲ ਰਾਜੇ ਉਹ ਕੀ ਹੁੰਦਾ ਹੈ, ਮਾਸ ਦੇ ਵਿੱਚ ਹੁੰਦਾ, ਬਹੁਤ ਵੱਡੀ ਗਿਣਤੀ ਦੇ ਵਿੱਚ ਹੁੰਦਾ। ਤਾਂ ਉਹਨੂੰ ਰਿਪਰੈਜ਼ੈਂਟ ਕਰਨ ਲਈ ਅਸੀਂ ਗਰੁੱਪਡ ਸੀਰੀਜ਼ ਦੀ ਜਿਹੜੀ ਵਰਤੋਂ ਕਰਦੇ ਹਾਂ, ਕਿਉਂਕਿ ਸਾਡਾ ਇਹਦੇ ਨਾਲ ਕੰਮ ਜਿਹੜਾ ਉਹ ਘੱਟ ਜਾਂਦਾ। ਹੁਣ ਦੇਖੋ ਨਾ ਤੁਸੀਂ 0 ਤੋਂ 30 ਦੇ ਵਿੱਚ 6122 ਬੱਚੇ ਆ ਗਏ, ਅਤੇ ਜੇ 6122 ਹੀ ਲਿਖਣ ਬਹਿ ਜਾਂਦੇ ਤਾਂ ਹੀ ਰਾਤ ਹੋ ਜਾਣੀ ਸੀਗੀ। ਅਤੇ ਜਿਹੜੇ ਆ ਬਾਕੀ ਗਰੁੱਪ ਨੇ ਇਹਨਾਂ ਦੇ ਬੱਚਿਆਂ ਨੂੰ ਵੀ ਤਾਂ ਲਿਖਣਾ ਹੈ, ਇਹਨਾਂ ਬਾਰੇ ਵੀ ਤਾਂ ਦੱਸਣਾ। ਤਾਂ ਇੱਥੇ ਅਸੀਂ ਕੀ ਕੀਤਾ, ਮਿਡ ਪੁਆਇੰਟ ਜਿਹੜਾ ਲੈ ਲਿਆ ਤਾਂ ਕਿ ਸਾਡੇ ਕੋਲ ਐਸਟੀਮੇਟ ਆ ਸਕੇ ਵੀ ਕਿੰਨੇ ਨੰਬਰ ਨੇ। ਹੁਣ ਮੈਂ ਕੀ ਕੀਤਾ, 6122 ਨੂੰ ਜਿਹੜਾ ਮਲਟੀਪਲਾਈ ਕਰਤਾ 15 ਨਾਲ, ਤਾਂ ਮੇਰੇ ਕੋਲ ਕੀ ਆ ਗਿਆ, ਇੱਕ ਐਸਟੀਮੇਟ ਆ ਗਿਆ। ਅਸੀਂ ਇੱਥੇ ਮਿਡ ਪੁਆਇੰਟ 'ਤੇ ਉਹਦੀ ਨੰਬਰ ਆਫ ਸਟੂਡੈਂਟ ਨੂੰ ਮਲਟੀਪਲਾਈ ਕਰਕੇ ਕੀ ਬਣਾ ਲਿਆ, ਇੱਕ MIFI ਹੈ ਨਾ। ਤਾਂ ਇਹ ਆਪਣੇ ਕੋਲ ਕੀ ਆ ਗਿਆ, ਮਾਰਕਸ ਆ ਗਏ ਕਿ ਇੰਨੇ ਬੱਚਿਆਂ ਦੇ ਜਿਹੜੀ ਆ 15 ਦੀ ਐਵਰੇਜ ਮੰਨ ਕੇ ਚੱਲੀਏ ਤਾਂ ਟੋਟਲ ਇੰਨੇ ਮਾਰਕਸ ਬਣਦੇ ਨੇ। ਹੁਣ ਇਹ ਕੈਲਕੂਲੇਸ਼ਨ ਤਾਂ ਰਾਜੇ ਆਸਾਨ ਨਹੀਂ ਹੈਗੀ, 6122 ਗੁਣਾ 15 ਨਾ, ਇਹ ਤਾਂ ਇੱਥੇ ਅਗਰ ਕਰਾਂਗੇ ਤਾਂ ਥੋੜ੍ਹਾ ਜਿਹਾ ਉਹ ਲੱਗੇਗਾ ਕਿ ਯਾਰ ਲਾਰਜ ਨੰਬਰਸ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ। ਲੇਕਿਨ ਅਸੀਂ ਕੀ ਕਰਾਂਗੇ, ਅਸੀਂ ਜਿਹੜੀ ਸੀਰੀਜ਼ ਯੂਜ਼ ਕੀਤੀ ਸੀ ਪਿਛਲੀ, ਜਿਸ 'ਚ ਅਸੀਂ ਇੰਡੀਵਿਜੂਅਲ ਸੀਰੀਜ਼ ਅਤੇ ਆਪਣਾ ਡਿਸਕ੍ਰੀਟ ਸੀਰੀਜ਼ ਫਾਈਂਡ ਆਊਟ ਕੀਤੀ ਸੀ, ਉਸੇ ਸੀਰੀਜ਼ ਨੂੰ ਯੂਜ਼ ਕਰਕੇ ਮੀਨ ਫਾਈਂਡ ਆਊਟ ਕਰਾਂਗੇ। ਤਾਂ ਅਸੀਂ ਦੇਖਾਂਗੇ ਵੀ ਜਿਹੜਾ ਮੀਨ ਹੈ ਗਰੁੱਪਡ ਸੀਰੀਜ਼ ਦੀ ਹੈਲਪ ਦੇ ਨਾਲ ਉਹ ਜਿਹੜਾ ਵੇਰੀਏਸ਼ਨ ਸ਼ੋ ਕਰਦਾ ਕਿ ਨਹੀਂ। ਸੇਮ ਐਗਜ਼ਾਮਪਲ ਜਿਹੜੀ ਹੈ ਅਸੀਂ ਇੰਡੀਵਿਜੂਅਲ ਸੀਰੀਜ਼ ਅਤੇ ਡਿਸਕ੍ਰੀਟ ਸੀਰੀਜ਼ ਦੇ ਵਿੱਚ ਕੀਤੀ ਸੀਗੀ। ਆਹ ਮੈਂ ਲਿਖੀ ਹੋਈ ਹੈ ਜਿਹੜੀ ਮਾਰਕਸ ਡਿਸਟਰੀਬਿਊਸ਼ਨ ਨੇ ਬੱਚਿਆਂ ਦੇ 5 7 9 5 10 ਅਤੇ 12। ਸਭ ਤੋਂ ਪਹਿਲਾਂ ਮੈਂ ਕੀ ਕੀਤਾ, 5 5 ਦੇ ਕਲਾਸ ਇੰਟਰਵਲ ਜਿਹੜੇ ਬਣਾ ਲਏ, 0 ਤੋਂ 5 5 ਤੋਂ 10 10 ਤੋਂ 15, ਉਹਨਾਂ ਦੀ ਨਾਲ ਜਿਹੜੀ ਹੈ ਫ੍ਰੀਕੁਐਂਸੀ ਵੀ ਲਿਖ ਲਈ। ਇਹਨੂੰ ਮੈਂ XI ਨਾਲ ਰਿਪਰੈਜ਼ੈਂਟ ਕਰਦਾ, ਇਹਨੂੰ FI ਨਾਲ। ਅਤੇ ਸਾਨੂੰ ਸਭ ਤੋਂ ਪਹਿਲਾਂ ਪਤਾ ਅਸੀਂ ਕੀ ਫਾਈਂਡ ਆਊਟ ਕਰਾਂਗੇ, ਮਿਡ ਪੁਆਇੰਟ ਕਰਾਂਗੇ ਕਲਾਸ ਇੰਟਰਵਲ ਦਾ, ਜਿਸ ਨੂੰ ਅਸੀਂ ਐਵਰੇਜ ਕਹਿ ਲੈਂਦੇ ਹਾਂ। 0 ਤੋਂ ਲੈ ਕੇ 5 ਤੱਕ ਕਲਾਸ ਇੰਟਰਵਲ ਦਾ ਮਿਡ ਪੁਆਇੰਟ ਸਾਡੇ ਕੋਲ ਆ ਗਿਆ 2.5। ਨੈਕਸਟ ਆਪਣੇ ਕੋਲ ਕਿੰਨਾ ਆ ਗਿਆ 7.5 ਅਤੇ ਆ ਗਿਆ 12.5। ਇਹ ਮਿਡ ਪੁਆਇੰਟ ਜਿਹੜੀ ਨੇ ਮੈਂ ਰਾਜੇ ਫਾਈਂਡ ਆਊਟ ਕਰ ਲਏ ਇਹਨਾਂ ਕਲਾਸ ਇੰਟਰਵਲ ਦੇ ਅਕੋਰਡਿੰਗ। ਹੁਣ ਜਿਹੜਾ ਨੈਕਸਟ ਆ ਸਾਡੇ ਕੋਲ, ਇਸ ਨੂੰ ਸਪੋਜ਼ ਮੈਂ MI ਲਿਖ ਦਿੱਤਾ। ਹੁਣ ਨੈਕਸਟ ਆ ਜੀ ਅਸੀਂ ਫਾਈਂਡ ਆਊਟ ਕਰਾਂਗੇ FIMI ਨੂੰ। FIMI ਫਾਈਂਡ ਆਊਟ ਕੀਤਾ ਤਾਂ ਇੱਥੇ ਆ ਗਿਆ 0, ਇੱਥੇ ਆ ਗਿਆ 30, ਇੱਥੇ ਆ ਗਿਆ ਆਪਣੇ ਕੋਲ 25। ਤਾਂ ਟੋਟਲ ਆਪਣੇ ਕੋਲ ਆ ਗਿਆ FIMI ਕਿੰਨਾ ਆ ਗਿਆ, ਉਹ ਆ ਗਿਆ 55 ਆ ਗਿਆ। ਅਤੇ ਅਗਰ ਗੱਲ ਕਰੀਏ ਸਿਗਮਾ FI ਦੀ, ਤਾਂ ਸਿਗਮਾ FI ਆਪਣੇ ਕੋਲ ਕਿੰਨਾ ਆ ਗਿਆ 6। ਅਤੇ ਇਹ ਆਪਣੇ ਕੋਲ ਆ ਗਿਆ ਸਿਗਮਾ MI ਇੰਟੂ FI। ਅਤੇ ਮੀਨ ਕੱਢਣ ਦਾ ਕੀ ਫਾਰਮੂਲਾ ਹੁੰਦਾ ਗਰੁੱਪਡ ਸੀਰੀਜ਼ ਦੇ ਵਿੱਚ, ਉਹ ਹੁੰਦਾ ਸਿਗਮਾ
MIFI ਡਿਵਾਈਡਡ ਬਾਏ ਸਿਗਮਾ FI ਜਾਂ ਫਿਰ ਕੈਪੀਟਲ N ਵੀ ਲਿਖ ਸਕਦੇ ਹੋ। ਹੁਣ ਮੀਨ ਕਿੰਨਾ ਆ ਗਿਆ ਰਾਜੇ 55/6 ਲਗਭਗ ਅਪਰੋਕਸੀਮੇਟ ਜੇ ਗੱਲ ਕਰੀਏ ਤਾਂ ਵੈਲਿਊ ਆ ਗਈ 9.17 ਤੇ ਜਦੋਂ ਤੁਸੀਂ ਮੀਨ ਫਾਈਂਡ ਆਊਟ ਕੀਤਾ ਸੀ ਡਿਸਕ੍ਰੀਟ ਤੇ ਇੰਡੀਵਿਜੂਅਲ ਸੀਰੀਜ਼ ਦੇ ਵਿੱਚ ਉਦੋਂ ਮੀਨ ਆਪਣੇ ਕੋਲ ਕਿੰਨਾ ਆਇਆ ਸੀ 8 ਆਇਆ ਸੀਗਾ ਜੋ ਕਿ ਐਗਜ਼ੈਕਟ ਵੈਲਿਊ ਆਪਣੇ ਕੋਲ ਆਈ ਸੀ ਤੇ ਤੁਸੀਂ ਦੇਖੋ ਇਹਦੇ ਵਿੱਚ ਜਿਹੜਾ 9.17 ਆਇਆ ਜਿਹੜੀ ਸਾਨੂੰ ਵੇਰੀਏਸ਼ਨ ਜਿਹੜੀ ਨਜ਼ਰ ਆ ਰਹੀ ਹੈ ਰਾਜੇ ਇਹ ਵੇਰੀਏਸ਼ਨ ਹੀ ਹੈ। ਕਾਰਨ ਕੀ ਹੈ ਕਿਉਂਕਿ ਹੁਣ ਆਪਾਂ ਇੱਥੇ ਸਪੋਜ਼ ਕਰਕੇ ਚੱਲੇ ਹਾਂ ਵੀ ਐਵਰੇਜ ਜਿਹੜੀ ਆ ਬੱਚਿਆਂ ਦੀ 2.5 ਹੈ ਮਤਲਬ ਇਸ ਗਰੁੱਪ ਦੇ ਵਿੱਚ ਵੀ 2.5 ਨੰਬਰ ਸਾਰੇ ਬੱਚਿਆਂ ਦੇ ਜਿਹੜੇ ਆ ਉਹ ਲਗਭਗ ਆਏ ਹੋਣਗੇ ਲੇਕਿਨ ਇਹ ਜ਼ਰੂਰੀ ਨਹੀਂ ਹੈ ਕਿਸੇ ਬੱਚੇ ਦੇ 0 ਨੰਬਰ ਵੀ ਹੋ ਸਕਦੇ ਨੇ ਇਸ ਗਰੁੱਪ ਦੇ ਵਿੱਚ ਹੈ ਨਾ ਹੋ ਸਕਦਾ ਜਿਹੜੇ ਉਹ ਇਹਦੇ 'ਚ ਤਾਂ ਨੰਬਰ ਆਫ ਸਟੂਡੈਂਟਸ ਹੀ ਹੈ ਨਹੀਂ ਤਾਂ ਆਪਾਂ ਇਸ ਨੂੰ ਨਹੀਂ ਅਗਲੀ ਕਲਾਸ ਨੂੰ ਦੇਖਦੇ ਹਾਂ। ਇਸ ਦੇ ਵਿੱਚ ਅਸੀਂ ਕੀ ਕੀਤਾ ਮਿਡ ਪੁਆਇੰਟ ਲਿੱਤਾ 7.5 ਮਤਲਬ 7.5 ਨੰਬਰ ਜਿਹੜੇ ਅਸੀਂ ਮੰਨ ਕੇ ਚੱਲਿਆ ਵੀ 4 ਬੱਚਿਆਂ ਦੇ ਜਿਹੜੇ 7.5 ਨੰਬਰ ਆਏ ਨੇ ਪਰ ਅਜੇ ਇਹ ਵੀ ਤਾਂ ਹੋ ਸਕਦਾ ਵੀ ਚਾਰੇ ਬੱਚਿਆਂ ਦੇ ਨੰਬਰ ਜਿਹੜੇ ਨੇ ਕਿੰਨੇ ਆਏ ਹੋਣ 5 ਆਏ ਹੋਣ ਇਸ ਗਰੁੱਪ ਦੇ ਵਿੱਚ ਮੰਨ ਲਓ ਚਾਰੇ ਬੱਚਿਆਂ ਦੇ ਨੰਬਰ ਜਿਹੜੇ ਨੇ ਉਹ 5 ਆਏ ਨੇ ਤਾਂ ਆਪਣੇ ਕੋਲ ਕਿੰਨਾ ਆ ਗਿਆ ਟੋਟਲ 20 ਆ ਗਿਆ ਜਦ ਕਿ ਆਪਾਂ ਕਿੰਨਾ ਯੂਜ਼ ਕਰ ਰਹੇ ਹਾਂ 30 ਤਾਂ ਡਿਫਰੈਂਸ 10 ਦਾ ਪੈ ਗਿਆ। ਤਾਂ ਐਂ ਕਰਦੇ ਤੇ ਜਦੋਂ ਬਹੁਤ ਵੱਡੀ ਵੈਲਿਊ ਹੁੰਦੀ ਹੈ ਬਹੁਤ ਮਾਸ ਦੇ ਵਿੱਚ ਅਸੀਂ ਵੈਲਿਊਜ਼ ਫਾਈਂਡ ਆਊਟ ਕਰਨੀ ਹੁੰਦੀ ਹੈ ਉਦੋਂ ਤਾਂ ਤੁਸੀਂ ਦੇਖੋ ਕਿ ਕਿੰਨਾ ਫਰਕ ਪੈਂਦਾ ਜਾਂਦਾ ਹਰ ਕਲਾਸ ਇੰਟਰਵਲ ਦੇ ਵਿੱਚ ਫਰਕ ਪੈ ਰਿਹਾ ਹੈਗਾ। ਤਾਂ ਇਸੇ ਕਰਕੇ ਜਿਹੜਾ ਗਰੁੱਪਡ ਸੀਰੀਜ਼ ਆ ਰਾਜੇ ਉਹਦੀ ਜਿਹੜੀ ਮੀਨ ਹੈ ਉਹ ਨੀਅਰ ਅਬਾਊਟ ਤਾਂ ਆ ਸਕਦੀ ਹੈ ਲੇਕਿਨ ਐਗਜ਼ੈਕਟ ਨਹੀਂ ਆਉਂਦੀ ਗੀ ਕਿਸ ਦੇ ਡਿਸਕ੍ਰੀਟ ਤੇ ਇੰਡੀਵਿਜੂਅਲ ਸੀਰੀਜ਼ ਦੀ ਮੀਨ ਦੇ। ਤਾਂ ਇਹ ਚੀਜ਼ ਨੂੰ ਹਮੇਸ਼ਾ ਧਿਆਨ 'ਚ ਰੱਖਣਾ ਹੋ ਸਕਦਾ ਇਹਦੇ ਨਾਲ ਰਿਲੇਟਡ ਤੁਹਾਨੂੰ ਕੁਐਸਚਨ ਆ ਜਾਣ ਪਰ ਜਿਹੜਾ ਗਰੁੱਪਡ ਸੀਰੀਜ਼ ਆ ਰਾਜੇ ਇਹ ਆਪਾਂ ਡਿਫਿਕਲਟ ਹੈ ਥੋੜ੍ਹਾ ਜਿਹਾ ਕੁਐਸਚਨ ਨੂੰ ਸੋਲਵ ਕਰਨਾ ਏਡੀ ਵੱਡੀ ਕੈਲਕੂਲੇਸ਼ਨਸ ਤਾਂ ਇਹਦੇ ਨਾਲ ਰਿਲੇਟਡ ਕੁਐਸਚਨ ਪੇਪਰ ਦੇ ਵਿੱਚ ਆਮ ਤੌਰ 'ਤੇ ਸਾਡੇ MCQs ਦੇ ਵਿੱਚ ਨਹੀਂ ਦੇਖਣ ਨੂੰ ਮਿਲਦਾ। ਹਾਂ ਪਰ ਕੋਈ ਰਿਲੇਸ਼ਨ ਪੁੱਛ ਸਕਦੇ ਨੇ ਇਹਨਾਂ ਦਾ ਕਿ ਹਾਂ ਦੱਸੋ ਕਿ ਜਿਹੜਾ ਮੀਨ ਹੈ ਉਹ ਕੀ ਹੁੰਦਾ ਹੈ ਕੁਝ ਵੀ ਬਣਾ ਕੇ ਤੁਹਾਨੂੰ ਜਿਹੜਾ ਥਿਊਰੀ ਪਤਾ ਹੋਣੀ ਚਾਹੀਦੀ ਹੈ ਤੁਹਾਨੂੰ ਕਨਸੈਪਟ ਪਤਾ ਹੋਣਾ ਚਾਹੀਦਾ ਕਿ ਹਾਂ ਜਿਹੜਾ ਮੀਨ ਹੈ ਉਹ ਇੰਡੀਵਿਜੂਅਲ ਡਿਸਕ੍ਰੀਟ ਤੇ ਗਰੁੱਪਡ ਦੇ ਵਿੱਚ ਕੀ ਡਿਫਰੈਂਸ ਆ ਉਹਨਾਂ ਦੇ ਵਿੱਚ। ਨੈਕਸਟ ਆ ਸਾਡੇ ਕੋਲ ਕਰੈਕਟਡ ਮੀਨ ਦਾ ਕਨਸੈਪਟ। ਕਰੈਕਟਡ ਮੀਨ ਦੇ ਕਨਸੈਪਟ ਦੀ ਜ਼ਰੂਰਤ ਸਾਨੂੰ ਕਿਉਂ ਪਈ ਇੱਕ ਉਦਾਹਰਨ ਨਾਲ ਸਮਝਦੇ ਹਾਂ ਜੀ। ਸਪੋਜ਼ ਮੇਰੇ ਕੋਲ PSTET ਦੇ 20 ਸਟੂਡੈਂਟ ਆਏ ਤੇ ਕਹਿੰਦੇ ਸਰ ਮਾਸਟਰ ਕਾਡਰ ਦੀ ਪ੍ਰਿਪਰੇਸ਼ਨ ਕਰਨ ਲਈ ਤੁਹਾਡੇ ਨਾਲ ਜੁੜਨਾ ਹੈ ਸਾਡਾ PSTET ਕੁਆਲੀਫਾਈਡ ਹੋ ਗਿਆ। ਬੜੇ ਖੁਸ਼ ਸੀਗੇ ਬੈਠ ਗਏ ਤੇ ਉਸ ਤੋਂ ਬਾਅਦ ਮੈਂ ਕੀ ਕੀਤਾ ਉਹਨਾਂ ਦੇ ਨੰਬਰ ਜਿਹੜੇ ਆ ਪੁੱਛਣੇ ਸ਼ੁਰੂ ਕਰ ਦਿੱਤੇ ਇਕੱਲੇ ਦੇ ਵੀ PSTET 'ਚ ਤੁਹਾਡੇ ਕਿੰਨੇ ਨੰਬਰ ਸੀ ਤਾਂ ਕਿ ਮੈਂ ਜਿਹੜੀ ਆ ਉਹਨਾਂ ਦੀ ਐਵਰੇਜ ਕੱਢ ਸਕਾਂ ਵੀ ਉਹਨਾਂ ਦਾ IQ ਲੈਵਲ ਕਿੱਥੇ ਲਾਈ ਕਰਦਾ। ਬੱਚਿਆਂ ਨੇ ਮੈਨੂੰ ਨੰਬਰ ਦੱਸਤੇ ਮੈਂ ਐਵਰੇਜ ਕੱਢ ਲਈ ਐਵਰੇਜ ਸਪੋਜ਼ ਆਪਣੇ ਕੋਲ ਆ ਗਈ 98.4। ਹੁਣ ਮੈਂ 98.4 ਐਵਰੇਜ ਕੱਢ ਕੇ ਬਸ ਮੁੜਿਆ ਹੀ ਸੀ ਤੇ ਮੈਂ ਕਿਹਾ ਵੀ ਚਲੋ ਅੱਜ ਸ਼ੁਰੂ ਕਰਦੇ ਹਾਂ ਮਾਸਟਰ ਕਾਡਰ ਮੈਥਮੈਟਿਕਸ ਦੀ ਕੁਝ ਬੇਸਿਕ ਟਰਮਸ। ਇੰਨਾ ਹੀ ਕਿਹਾ ਸੀ ਕਿ ਇੱਕ ਬੱਚਾ ਖੜਾ ਹੋ ਕੇ ਕਹਿੰਦਾ ਸਰ ਮੇਰੀ ਨਾ ਜੀ ਇੱਕ ਗਲਤੀ ਹੋ ਗਈ ਮੈਂ ਤੁਹਾਨੂੰ ਨਾ 105 ਨੰਬਰ ਦੱਸਤੇ ਜਦ ਕਿ ਮੇਰੇ 95 ਨੰਬਰ ਨੇ 95 ਨੰਬਰ ਨੇ 105 ਦਾ ਜੀ ਕਹਿੰਦਾ ਮੇਰੇ CTET ਦੇ ਵਿੱਚੋਂ ਸੀਗੇ PTET ਦੇ ਵਿੱਚੋਂ ਤਾਂ ਮੇਰੇ 95 ਨੰਬਰ ਬਣਦੇ ਹੈਗੇ। ਤੇ ਜਦੋਂ ਬੱਚੇ ਨੇ ਇੰਨਾ ਕਹਿਤਾ ਤੇ ਉਹ ਤਾਂ ਬਹਿ ਗਿਆ ਉਹਦਾ ਕੰਮ ਤਾਂ ਖਤਮ ਹੋ ਗਿਆ ਲੇਕਿਨ ਮੇਰਾ ਕੰਮ ਸ਼ੁਰੂ ਹੋ ਗਿਆ। ਹੁਣ ਮੇਰੀ ਜਿਹੜੀ ਐਵਰੇਜ ਹੈ ਮੀਨ ਹੈ ਉਹ ਇਨਕਰੈਕਟ ਹੋ ਗਈ ਇਹਨੂੰ ਹੁਣ ਮੈਨੂੰ ਕਰੈਕਟ ਕਰਨਾ ਪੈਣਾ ਕਿਉਂਕਿ ਇਨਕਰੈਕਟ ਮੀਨ ਦਾ ਤਾਂ ਮੇਰੇ ਲਈ ਕੋਈ ਯੂਜ਼ ਨਹੀਂ ਮੈਨੂੰ ਪਤਾ ਹੀ ਨਹੀਂ ਲੱਗਣਾ IQ ਕਿੰਨਾ ਬੱਚਿਆਂ ਦਾ। ਤਾਂ ਇਸ ਲਈ ਮੈਨੂੰ ਜਿਹੜਾ ਹੈ ਉਸ ਮੀਨ ਨੂੰ ਕਰੈਕਟ ਕਰਨਾ ਪਿਆ। ਅਗਰ ਅਸੀਂ ਪ੍ਰੈਕਟੀਕਲ ਲਾਈਫ ਦੇ ਵਿੱਚ ਵੀ ਗੱਲ ਕਰੀਏ ਸਕੂਲਸ ਦੇ ਵਿੱਚ ਅਸੀਂ ਬੱਚਿਆਂ ਦੇ ਨੰਬਰਸ ਤੇ ਜਾਂ ਮਾਰਕਸ ਦੀ ਗੱਲ ਕਰੀਏ ਉਹਨਾਂ ਦੇ ਰਜਿਸਟਰ ਮੇਨਟੇਨ ਕਰਦੇ ਹਾਂ। ਸਪੋਜ਼ ਤੁਸੀਂ ਰਜਿਸਟਰ ਮੇਨਟੇਨ ਕਰ ਰਹੇ ਸੀ ਤੁਸੀਂ ਐਵਰੇਜ ਦੱਸਣੀ ਸੀਗੀ ਬੱਚਿਆਂ ਦੀ ਜਿਹੜੀ ਆ ਉਹ ਮਾਰਕਸ ਦੱਸਣੇ ਸੀ ਮੀਨ ਕੱਢ ਕੇ ਦੱਸਣਾ ਸੀ ਵੀ ਬੱਚਿਆਂ ਦੇ ਕਿੰਨੇ % ਨੰਬਰ ਬਣਦੇ ਨੇ। ਤਾਂ ਤੁਸੀਂ ਜਿਹੜੇ ਆ ਬੱਚਿਆਂ ਦੇ ਨੰਬਰ ਮਾਰਕਸ ਲਿਖ ਰਹੇ ਸੀਗੇ ਤੇ ਤੁਸੀਂ ਕੀ ਕੀਤਾ ਗਲਤੀ ਦੇ ਨਾਲ 97 ਦੀ ਜਗ੍ਹਾ ਤੇ 98 ਲਿਖਤਾ। ਕੁਝ ਵੀ ਹੋ ਸਕਦਾ ਨਾ ਕਿਉਂਕਿ ਗਲਤੀ ਹੋ ਜਾਂਦੀ ਹੈ ਲਿਖਦੇ ਹੋਏ ਮਾਰਕਸ। ਤਾਂ ਉੱਥੇ ਤੁਹਾਡੇ ਕੋਲ ਜਿਹੜੀ ਐਵਰੇਜ ਆ ਗਈ ਬੱਚਿਆਂ ਦੀ ਤੁਹਾਡੀ ਕਲਾਸ ਦੀ ਜਿਵੇਂ ਮੰਨ ਲਓ ਮੈਥ ਦੇ ਟੀਚਰ ਹੋ ਤਾਂ ਤੁਸੀਂ ਮੈਥ ਦੀ ਐਵਰੇਜ ਕੱਢੀ 9th ਕਲਾਸ ਦੇ ਬੱਚਿਆਂ ਦੀ ਤਾਂ ਇੱਥੇ ਤੁਹਾਡੀ ਐਵਰੇਜ ਜਿਹੜੀ ਆ ਉਹ ਗੜਬੜਾ ਗਈ ਖਰਾਬ ਹੋ ਗਈ। ਹੁਣ ਤੁਸੀਂ ਐਵਰੇਜ ਦੱਸਣੀ ਹੈ ਤੁਹਾਨੂੰ ਆ ਜਿਹੜੇ ਨੰਬਰ ਨੇ ਇਹਨਾਂ ਨਾਲ ਕੋਈ ਮਤਲਬ ਨਹੀਂ ਕੋਈ ਨਹੀਂ ਪੁੱਛ ਰਿਹਾ ਵੀ ਕਿਸ ਬੱਚੇ ਦੇ ਕਿੰਨੇ ਨੰਬਰ ਨੇ ਉਹ ਪੁੱਛ ਰਹੇ ਵੀ ਤੁਹਾਡੀ 9th ਕਲਾਸ ਦੇ ਬੱਚਿਆਂ ਦੀ ਮੈਥ ਦੀ ਐਵਰੇਜ ਕਿੰਨੀ ਹੈ ਬੱਚੇ ਕਿੱਥੇ ਲਾਈ ਕਰਦੇ ਨੇ ਤੁਹਾਡੀ ਕਲਾਸ ਕਿੱਥੇ ਲਾਈ ਕਰਦੀ ਹੈ। ਤਾਂ ਤੁਸੀਂ ਐਵਰੇਜ ਦੱਸਣੀ ਸੀਗੀ ਹੈ ਨਾ ਉਹ ਐਵਰੇਜ ਗੜਬੜਾ ਗਈ। ਹੁਣ ਉੱਥੇ ਜਿਹੜਾ ਤੁਸੀਂ ਦੁਬਾਰਾ ਤੋਂ ਸਾਰਿਆਂ ਦੇ ਨੰਬਰ ਚੈੱਕ ਕੀਤੇ ਹੈ ਨਾ ਤੁਹਾਨੂੰ ਪਤਾ ਲੱਗ ਗਿਆ ਵੀ ਆਹ ਬੱਚਾ ਜਿਹੜਾ ਹੈਗਾ ਹੈ ਨਾ ਰਮਨ ਜਿਹੜਾ ਬੱਚਾ ਹੈਗਾ ਇਹਦੇ ਜਿਹੜੇ ਨੰਬਰ ਨੇ ਉਹ ਮੈਂ ਗਲਤ ਲਿਖ ਦਿੱਤੇ ਹੈ ਨਾ। ਤਾਂ ਤੁਹਾਨੂੰ ਪਤਾ ਲੱਗ ਗਈ ਗਲਤੀ ਪਰ ਹੁਣ ਪ੍ਰੋਬਲਮ ਕੀ ਹੈ ਜੇ ਕਿ ਤੁਸੀਂ ਸਾਰਿਆਂ ਦੇ ਨੰਬਰ ਜਿਹੜੇ ਆ
ਦੁਬਾਰਾ ਐਡ ਕਰਕੇ ਦੁਬਾਰਾ ਫਿਰ ਉਹਦੀ ਐਵਰੇਜ ਫਾਈਂਡ ਆਊਟ ਕਰੋਗੇ ਤਾਂ ਉਸ ਦੇ ਨਾਲ ਤਾਂ ਬਹੁਤ ਲੰਬਾ ਕੰਸੈਪਟ ਹੋ ਜਾਣਾ। ਬਾਹਰ ਤਾਂ ਡਿੱਕੀ ਜਾਂਦੇ ਨੇ ਵੀ ਤੁਸੀਂ ਦਿਓ ਸਾਨੂੰ ਐਵਰੇਜ ਕੱਢ ਕੇ ਦਿਓ, ਮੀਨ ਦੱਸੋ ਕਿੰਨੀ ਪਰਸੈਂਟੇਜ ਬਣਦੀ ਤੁਹਾਡੀ ਕਲਾਸ ਦੀ ਓਵਰਆਲ ਦੀ। ਤਾਂ ਉੱਥੇ ਜਿਹੜਾ ਕਰੈਕਟਡ ਮੀਨ ਦਾ ਜਿਹੜਾ ਕੰਸੈਪਟ ਆ ਬਹੁਤ ਯੂਜ਼ਫੁਲ ਹੁੰਦਾ ਹੈ। ਕਰੈਕਟਡ ਮੀਨ ਦੇ ਜਿਹੜੇ ਕੰਸੈਪਟ ਨੂੰ ਕੁਐਸਚਨ ਨੂੰ ਸੋਲਵ ਕਰਨ ਲਈ ਨਾ ਮੈਂ ਦੋ ਮੈਥਡ ਯੂਜ਼ ਕੀਤੇ ਨੇ ਰਾਜੇ। ਪਹਿਲੇ ਮੈਥਡ ਦੇ ਵਿੱਚ ਨਾ 2 ਸਟੈਪ ਨੇ ਅਤੇ ਦੂਜੇ ਮੈਥਡ ਦੇ ਵਿੱਚ ਸਿੰਗਲ ਸਟੈਪ ਹੈ। ਪਹਿਲੇ ਮੈਥਡ ਦੇ ਵਿੱਚ ਜਿਹੜਾ ਹੈ, ਪਹਿਲਾ ਮੈਥਡ ਜਿਹੜਾ ਹੈ ਉਹਨੂੰ ਹਾਈਬ੍ਰਿਡ ਕੀਤਾ, ਉਹਨੂੰ ਸ਼ਾਰਟਕਟ ਬਣਾਤਾ ਮੈਥਡ 2 ਕਹਿ ਕੇ, ਅਤੇ ਮੈਥਡ 1 ਜਿਹੜਾ ਉਹ ਥੋੜ੍ਹਾ ਜਿਹਾ ਡਿਟੇਲ ਹੈ। ਤੁਸੀਂ ਦੋਨੋਂ ਮੈਥਡ ਦੇ ਨਾਲ ਹੀ ਜਿਹੜਾ ਸਮਝ ਸਕਦੇ ਹੋ, ਵੈਸੇ ਤਾਂ ਇੱਕ ਹੀ ਗੱਲ ਹੈ, ਤੁਹਾਨੂੰ ਖੁਦ ਹੀ ਪਤਾ ਲੱਗ ਜਾਵੇਗਾ। ਹੁਣ ਜਿਹੜਾ ਕਰੈਕਟਡ ਮੀਨ ਦਾ ਜਿਹੜਾ ਕੁਐਸਚਨਸ ਨੇ ਰਾਜੇ, ਇਹ ਬਹੁਤ ਸਾਰੇ ਡਿਫਰੈਂਟ ਪੇਪਰਸ ਦੇ ਵਿੱਚ ਦੇਖਣ ਨੂੰ ਮਿਲਦੇ ਨੇ, ਚਾਹੇ KVS ਦੀ ਗੱਲ ਹੋਵੇ, DSSS ਦੀ ਗੱਲ ਹੋਵੇ, ਜਾਂ ਜਿੱਥੇ ਸਾਨੂੰ ਜਿਹੜਾ ਮੈਥਮੈਟਿਕਸ ਦਾ ਜਿਹੜਾ ਸਿਲੇਬਸ ਹੈ ਉਹ ਮਾਸਟਰ ਕੈਡਰ ਦੇ ਸਿਲੇਬਸ ਦੇ ਲੈਵਲ ਦਾ ਆਉਂਦਾ, ਉੱਥੇ ਕਰੈਕਟਡ ਮੀਨ ਦਾ ਜਿਹੜਾ ਕੁਐਸਚਨ ਹੈ ਡੈਫੀਨੇਟਲੀ ਤੁਹਾਨੂੰ ਦੇਖਣ ਨੂੰ ਮਿਲੂਗਾ। ਹੁਣ ਗੱਲ ਕਰਦੇ ਹਾਂ ਮੈਥਡ 1 ਦੀ। ਮੈਥਡ 1 ਦੇ ਵਿੱਚ ਜਿਹੜਾ ਸਾਡੇ ਕੋਲ ਹੈ ਉਹ ਹੈ ਕਿ ਕਰੈਕਟਡ ਮੀਨ ਕਿਸ ਤਰ੍ਹਾਂ ਫਾਈਂਡ ਆਊਟ ਕਰਨੀ ਹੈ। ਰਾਈਟ ਹੈਂਡ ਸਾਈਡ 'ਤੇ ਮੈਂ ਇੱਕ ਬਾਕਸ ਬਣਾਇਆ ਰਾਜੇ, ਇਸ ਬਾਕਸ ਦੇ ਵਿੱਚ ਕੀ ਟਰਮਸ ਨੇ ਉਹਨਾਂ ਬਾਰੇ ਅਸੀਂ ਦੁਬਾਰਾ ਰਿਵਾਈਜ਼ ਕਰ ਲੈਂਦੇ ਹਾਂ। ਐਕਸ ਬਾਰ ਸਾਨੂੰ ਰਿਪਰਜੈਂਟ ਕਰਦਾ ਮੀਨ ਨੂੰ, ਸਿਗਮਾ XI ਰਿਪਰਜੈਂਟ ਕਰਦਾ ਸਾਡੇ ਕੋਲ ਸਮ ਆਫ ਵੈਲਿਊਜ਼ ਨੂੰ, ਅਤੇ N ਰਿਪਰਜੈਂਟ ਕਰਦਾ ਸਾਡੇ ਕੋਲ ਨੰਬਰ ਆਫ ਵੈਲਿਊਜ਼ ਨੂੰ। ਇਹੀ ਫਾਰਮੂਲਾ ਯੂਜ਼ ਹੋਣਾ ਕਰੈਕਟਡ ਮੀਨ ਦੇ ਕੰਸੈਪਟ ਦੇ ਵਿੱਚ, ਇਹੀ ਫਾਰਮੂਲਾ ਜਿਹੜਾ ਸਾਡੇ ਕੋਲ ਬਹੁਤ ਯੂਜ਼ਫੁਲ ਹੈ। ਇੱਥੇ ਮੈਂ ਇਹਨੂੰ ਕੀ ਕੀਤਾ, ਰੀਅਰੇਂਜ ਕਰ ਦਿੱਤਾ, N ਨੂੰ ਮਲਟੀਪਲਾਈ ਕਰ ਦਿੱਤਾ ਮੀਨ ਨਾਲ, ਅਤੇ ਇਸ ਤਰ੍ਹਾਂ ਮੈਂ ਜਿਹੜਾ ਫਾਰਮੂਲਾ ਨੰਬਰ 2 ਬਣਾ ਲਿਆ। ਇਹ ਸਾਡੇ ਕੋਲ ਪਹਿਲਾ ਫਾਰਮੂਲਾ ਸੀ, ਇਹ ਦੂਜਾ ਫਾਰਮੂਲਾ ਸੀ, ਰੀਅਰੇਂਜ ਕਰਕੇ ਮੈਂ ਬਣਾ ਲਿਆ। ਸੈਕਿੰਡ ਫਾਰਮੂਲੇ ਵਿੱਚ ਸਾਡੇ ਕੋਲ ਸਿਗਮਾ XI ਸਾਡੇ ਕੋਲ ਕੀ ਹੈ, ਸਮ ਆਫ ਵੈਲਿਊਜ਼ ਹੈ, ਅਤੇ N ਆਪਣੇ ਕੋਲ ਕੀ ਹੈ, ਨੰਬਰ ਆਫ ਵੈਲਿਊਜ਼, ਠੀਕ ਹੈ ਜੀ। X ਬਾਰ ਕੀ ਹੈ, ਮੀਨ। ਤਾਂ ਸੈਕਿੰਡ ਫਾਰਮੂਲਾ ਕਹਿੰਦਾ ਹੈ ਵੀ ਜੇ ਤੁਸੀਂ ਸਮ ਪਤਾ ਕਰਨਾ ਹੈ ਤਾਂ ਮੀਨ ਨੂੰ ਨੰਬਰ ਆਫ ਟਰਮਸ ਦੇ ਨਾਲ ਮਲਟੀਪਲਾਈ ਕਰ ਦਿਓ। ਪਹਿਲਾ ਫਾਰਮੂਲਾ ਕਹਿੰਦਾ ਮੀਨ ਪਤਾ ਕਰਨਾ ਤਾਂ ਸਮ ਆਫ ਵੈਲਿਊਜ਼ ਨੂੰ ਨੰਬਰ ਨਾਲ ਡਿਵਾਈਡ ਕਰ ਦਿਓ। ਤਾਂ ਦੋਨਾਂ ਫਾਰਮੂਲਿਆਂ ਨੂੰ ਹੀ ਦਿਮਾਗ ਦੇ ਵਿੱਚ ਰੱਖਣਾ ਹੈ, ਸੈਕਿੰਡ ਫਾਰਮੂਲਾ ਜ਼ਿਆਦਾ ਯੂਜ਼ ਹੋਣਾ ਹੈ। ਹੁਣ ਆਪਾਂ ਆ ਗਏ ਕਰੈਕਟਡ ਮੀਨ ਦੇ ਕੰਸੈਪਟ 'ਤੇ, ਅਤੇ ਪਹਿਲਾਂ ਜਿਹੜਾ ਅਸੀਂ ਮੈਥਡ 1 ਦੇ ਨਾਲ ਕਰਦੇ ਹਾਂ। ਦੇਖੋ ਰਾਜੇ, ਜਿਹੜਾ ਆਪਾਂ ਮੀਨ ਫਾਈਂਡ ਆਊਟ ਕੀਤੀ ਸੀ, ਜਿਹਨੂੰ ਅਸੀਂ ਇਨਕਰੈਕਟਡ ਮੀਨ ਕਹਿ ਲਈਏ ਹੁਣ, ਕਿਉਂਕਿ ਇਨਕਰੈਕਟਡ ਹੋ ਗਈ ਨਾ, ਉਹ ਤਾਂ ਗਲਤ ਹੋ ਗਈ, ਕਿਉਂਕਿ ਬੱਚਿਆਂ ਨੇ ਜਿਹੜੇ ਨੰਬਰ ਸਾਨੂੰ ਜਿਹੜੇ ਗਲਤ ਦੱਸਤੇ PSTET ਵਾਲਿਆਂ ਨੇ। ਇਨਕਰੈਕਟਡ ਮੀਨ, ਜਿਹੜੀ ਸਾਡੀ ਇਨਕਰੈਕਟਡ ਮੀਨ ਹੈ ਉਹ ਕਾਹਦੇ ਬਰਾਬਰ ਹੈ, ਉਹ ਹੈ ਸਮ ਆਫ ਇਨਕਰੈਕਟਡ ਸਮ ਕਹਿ ਸਕਦੇ ਹਾਂ ਇਹਨੂੰ। ਇਨਕਰੈਕਟ ਮੀਨ ਕਾਹਦੇ ਬਰਾਬਰ ਆ ਜੋ, ਇਨਕਰੈਕਟ ਸਮ, ਕਿਉਂਕਿ ਜੋੜ ਹੀ ਗਲਤ ਹੈ, ਅਤੇ ਨੰਬਰ ਆਫ ਵੈਲਿਊਜ਼ ਦੇ, ਹੈ ਨਾ। ਇਨਕਰੈਕਟ ਸਮ ਆਫ ਵੈਲਿਊਜ਼ ਅਤੇ ਨੰਬਰ ਆਫ ਵੈਲਿਊਜ਼ ਦੇ, ਇਹੀ ਇਨਕਰੈਕਟ ਮੀਨ ਦੀ ਡੈਫੀਨੇਸ਼ਨ ਹੈ। ਕਰੈਕਟ ਹੋਵੇ ਇਨਕਰੈਕਟ ਹੋਵੇ, ਫਾਰਮੂਲਾ ਤਾਂ ਸੇਮ ਹੀ ਹੈ ਨਾ, ਇਹੀ ਫਾਰਮੂਲਾ ਨਾਲ ਕੱਢਿਆ। ਹੁਣ ਇਨਕਰੈਕਟ ਸਮ ਹੈ, ਜੇ ਆਪਾਂ ਆਹ ਸਮ ਨੂੰ ਕਰੈਕਟ ਕਰ ਦਈਏ, ਨੰਬਰ ਆਫ ਵੈਲਿਊਜ਼ ਤਾਂ ਸੇਮ ਹੀ ਰਹਿਣਗੀਆਂ ਸਾਡੇ ਕੋਲ, 20 ਬੱਚੇ ਹੀ ਹੈ ਤਾਂ 20 ਰਹਿਣਗੇ। ਜੇ ਆਪਾਂ ਇਨਕਰੈਕਟ ਸਮ ਨੂੰ ਕਰੈਕਟ ਕਰ ਦਈਏ ਅਤੇ ਇਹਨੂੰ ਡਿਵਾਈਡ ਕਰ ਦਈਏ ਨੰਬਰ ਆਫ ਵੈਲਿਊਜ਼ ਦੇ ਨਾਲ, ਤਾਂ ਸਾਡੇ ਕੋਲ ਆਨਸਰ ਆ ਜਾਏਗਾ। ਠੀਕ ਹੈ ਜੀ, ਇਹੀ ਚੀਜ਼ ਅਸੀਂ ਇੱਥੇ ਕਰਨੀ ਹੈ। ਸਭ ਤੋਂ ਪਹਿਲਾਂ ਅਸੀਂ ਕਰਾਂਗੇ ਸਮ ਨੂੰ ਕਰੈਕਟ ਕਰਾਂਗੇ, ਅਤੇ ਕਰੈਕਟ ਸਮ ਫਾਈਂਡ ਆਊਟ ਕਰਨ ਦਾ ਕੀ ਤਰੀਕਾ ਹੈ ਉਹ ਮੈਂ ਸਟੈਪ 1 'ਚ ਲਿਖ ਰਿਹਾ। ਕਰੈਕਟ ਸਮ ਜਿਹੜਾ ਸਾਡੇ ਕੋਲ ਉਹ ਬਰਾਬਰ ਹੋਵੇਗਾ ਇਜ਼ ਇਕੁਅਲ ਟੂ ਰੋਂਗ ਸਮ। ਜਿਹੜਾ ਰੋਂਗ ਸਮ ਫਾਈਂਡ ਆਊਟ ਕੀਤਾ ਸੀਗਾ ਉਹਦੇ ਵਿੱਚੋਂ ਅਸੀਂ ਮਾਈਨਸ ਕੀ ਕਰ ਦਾਂਗੇ, ਇਨਕਰੈਕਟ ਵੈਲਿਊ ਨੂੰ, ਜਿਹੜੀ ਸਾਡੀ ਇਨਕਰੈਕਟ ਵੈਲਿਊ ਹੈ ਜਿਹੜੀ, ਉਹਨੂੰ ਕੀ ਕਰ ਦਾਂਗੇ, ਮਾਈਨਸ ਕਰ ਦਾਂਗੇ। ਹੁਣ ਸਾਡੇ ਕੋਲ ਇੱਕ ਜਿਹੜਾ ਘਟ ਗਿਆ, ਜਦੋਂ ਰੋਂਗ ਸਮ 'ਚੋਂ ਇੱਕ ਇਨਕਰੈਕਟ ਵੈਲਿਊ ਘਟਾਤੀ ਤਾਂ ਇੱਕ ਖਾਲੀ ਥਾਂ ਬਣ ਗਈ। ਹੁਣ ਉਹ ਖਾਲੀ ਥਾਂ ਨੂੰ ਕਿਹਦੇ ਨਾਲ ਭਰਾਂਗੇ, ਉਹ ਖਾਲੀ ਥਾਂ ਨੂੰ ਭਰਾਂਗੇ ਕਰੈਕਟ ਵੈਲਿਊ ਦੇ ਨਾਲ। ਠੀਕ ਹੈ ਜੀ, ਤਾਂ ਸਾਡੇ ਕੋਲ ਕੀ ਆ ਗਿਆ, ਕਰੈਕਟ ਸਮ ਆ ਗਿਆ। ਹੁਣ ਜਦੋਂ ਕਰੈਕਟ ਸਮ ਆ ਗਿਆ ਤਾਂ ਕਰੈਕਟ ਮੀਨ ਕਿਸ ਤਰ੍ਹਾਂ ਫਾਈਂਡ ਆਊਟ ਕਰਾਂਗੇ। ਕਰੈਕਟ ਮੀਨ ਫਾਈਂਡ ਆਊਟ ਕਰਨ ਦਾ ਫਾਰਮੂਲਾ ਨੰਬਰ 1 ਰਾਈਟ ਹੈਂਡ ਸਾਈਡ ਦੇ ਬਾਕਸ 'ਤੇ ਦੇਖੋ। ਕਰੈਕਟ ਮੀਨ ਫਾਈਂਡ ਆਊਟ ਕਰਨ ਦਾ ਫਾਰਮੂਲਾ ਹੁੰਦਾ ਹੈ ਕਰੈਕਟ ਸਮ ਡਿਵਾਈਡਡ ਬਾਏ ਨੰਬਰ ਆਫ ਵੈਲਿਊਜ਼। ਤਾਂ ਰਾਜੇ ਇਹ 2 ਸਟੈਪਸ ਦੇ ਵਿੱਚ ਸੀਗਾ ਸਾਡੇ ਕੋਲ ਮੈਥਡ 1 ਕਹਿੰਦਾ ਵੀ ਭਾਈ ਤੁਹਾਡਾ ਜਿਹੜਾ ਸਮ ਹੈ ਉਹਦੇ ਵਿੱਚ ਗੜਬੜੀ ਹੈ, ਉਹਨੂੰ ਸੁਧਾਰੋ। ਜਦੋਂ ਤੁਸੀਂ ਉਹਨੂੰ ਸੁਧਾਰ ਲਓਗੇ ਤਾਂ ਨੰਬਰ ਆਫ ਵੈਲਿਊਜ਼ ਜਿਹੜੀਆਂ ਉਹ ਤਾਂ ਚੇਂਜ ਹੀ ਨਹੀਂ ਹੋਈਆਂ, ਇੱਕ ਰਕਮ ਕੱਢ ਕੇ ਦੂਸਰੀ ਰਕਮ ਉਹਦੀ ਜਗ੍ਹਾ 'ਤੇ ਫਿੱਟ ਕਰਤੀ ਤਾਂ ਆਪਣਾ ਕੀ ਹੋ ਗਿਆ, ਕਰੈਕਟ ਸਮ ਹੋ ਗਿਆ। ਫਿਰ ਉਹਨੂੰ ਡਿਵਾਈਡ ਕਰ ਦਾਂਗੇ ਨੰਬਰ ਆਫ ਵੈਲਿਊਜ਼ ਨਾਲ ਅਤੇ ਆਪਣੇ ਕੋਲ ਕੀ ਆ ਜੂਗੀ, ਕਰੈਕਟ ਮੀਨ ਆ ਜੂਗੀ। ਕੁਐਸਚਨ ਵੀ ਕਰਾਂਗੇ, ਡੋਂਟ ਵਰੀ। ਹੁਣ ਆਪਾਂ ਮੈਥਡ 2 ਦੇਖ ਲੈਂਦੇ ਹਾਂ। ਮੈਥਡ ਜਿਹੜਾ 2 ਹੈ ਉਹ ਕੁਝ ਨਹੀਂ ਹੈ ਰਾਜੇ, ਉਹ ਮੈਥਡ 1 ਦਾ ਜਸਟ ਇੱਕ ਸ਼ਾਰਟਕਟ ਹੈ। ਇਹ ਜਿਹੜੀ ਆਪਣੇ ਕੋਲ ਸਪੋਜ਼ ਫਸਟ ਇਕੁਏਸ਼ਨ ਹੈ, ਠੀਕ ਹੈ, ਇਹਨੂੰ ਡਿਵਾਈਡ ਕਰ ਦਿਓ N ਨਾਲ, ਕਰੈਕਟ ਸਮ ਡਿਵਾਈਡਡ ਬਾਏ N,
इज इक्वल टू ਰੋਂਗ ਸਮ ਡਿਵਾਈਡਡ ਬਾਏ n ਸਾਰਿਆਂ ਨੂੰ ਦੋਨਾਂ ਸਾਈਡ ਨੂੰ ਇਸ ਫਸਟ ਇਕੁਏਸ਼ਨ ਦੀ ਦੋਨਾਂ ਸਾਈਡ ਨੂੰ ਜਿਹੜਾ n ਨਾਲ ਡਿਵਾਈਡ ਕਰਤਾ। ਹੁਣ ਇੱਥੇ ਮੈਂ ਕੀ ਕੀਤਾ, ਇਨਕਰੈਕਟ ਵੈਲਿਊ ਤੇ ਕਰੈਕਟ ਵੈਲਿਊ ਇਹਨਾਂ ਨੂੰ ਇਕੱਠੇ ਰੱਖ ਲਿਆ। ਇਕੱਠੇ ਰੱਖਣ ਲਈ ਮੈਂ ਮਾਈਨਸ ਨੂੰ ਕਾਮਨ ਕੱਢਤਾ, ਮਾਈਨਸ ਕਾਮਨ ਆ ਗਿਆ। ਅੰਦਰ ਕੀ ਆ ਗਿਆ ਆਪਣੇ ਕੋਲ, ਇਨਕਰੈਕਟ ਵੈਲਿਊ ਮਾਈਨਸ ਕਰੈਕਟ ਵੈਲਿਊ ਡਿਵਾਈਡਡ ਬਾਏ ਕੀ ਆ ਗਿਆ n ਦੇ। ਇਹ ਆਪਣੇ ਕੋਲ ਬਣ ਗਿਆ ਜੀ ਫਾਰਮੂਲਾ ਨੰਬਰ 2। ਹੁਣ ਕਰੈਕਟ ਸਮ ਬਾਏ n ਕੀ ਹੈ ਜੀ ਆਪਣੇ ਕੋਲ, ਕਰੈਕਟ ਸਮ ਬਾਏ ਨੰਬਰ ਆਫ ਵੈਲਿਊਜ਼। ਕਾ ਦੇਖੋ ਜੀ, ਕਰੈਕਟ ਸਮ ਬਾਏ ਨੰਬਰ ਆਫ ਵੈਲਿਊਜ਼ ਕਿਹਦੇ ਇਕੁਅਲ ਹੁੰਦਾ ਹੈ, ਉਹ ਬਰਾਬਰ ਹੁੰਦਾ ਹੈ ਕਰੈਕਟ ਮੀਨ ਦੇ। ਤਾਂ ਕਰੈਕਟ ਮੀਨ ਦਾ ਫਾਰਮੂਲਾ ਕੀ ਆ ਗਿਆ, ਰੋਂਗ ਸਮ ਬਾਏ n। ਰੋਂਗ ਸਮ ਨੂੰ n ਨਾਲ ਡਿਵਾਈਡ ਕਰਤਾ, ਮਤਲਬ ਰੋਂਗ ਸਮ ਜਿਹੜਾ ਆਪਣੇ ਕੋਲ ਸਮ ਹੈ ਵੈਲਿਊਜ਼ ਦਾ ਗਲਤ ਹੈ, ਲੇਕਿਨ ਉਹਨੂੰ n ਨਾਲ ਡਿਵਾਈਡ ਕਰਾਂਗੇ ਤਾਂ ਆਪਣੇ ਕੋਲ ਕੀ ਆਊਗਾ, ਰੋਂਗ ਜਾਂ ਫਿਰ ਇਨਕਰੈਕਟ ਮੀਨ ਆ ਜਾਊਗਾ, ਇਨਕਰੈਕਟ ਮੀਨ ਆ ਜਾਊਗਾ। ਤਾਂ ਆਹ ਫਾਰਮੂਲਾ ਬਣ ਗਿਆ ਜੀ, ਤੁਸੀਂ ਇਹਨੂੰ ਡਾਇਰੈਕਟ ਯਾਦ ਰੱਖ ਸਕਦੇ ਹੋ। ਆਹ ਫਾਰਮੂਲਾ ਕਿ ਕਰੈਕਟ ਮੀਨ ਬਰਾਬਰ ਹੁੰਦੀ ਹੈ ਇਨਕਰੈਕਟ ਮੀਨ ਦੇ, ਜਿਹਦੇ ਵਿੱਚੋਂ ਅਸੀਂ ਮਾਈਨਸ ਕਰ ਦਾਂਗੇ ਇਨਕਰੈਕਟ ਵੈਲਿਊ ਮਾਈਨਸ ਕਰੈਕਟ ਵੈਲਿਊ ਡਿਵਾਈਡਡ ਬਾਏ n। ਆ ਆਪਣੇ ਕੋਲ ਸ਼ਾਰਟਕਟ ਬਣ ਗਿਆ। ਇਹ ਬਣਿਆ ਕਿੱਥੋਂ ਹੈ, ਇਹ ਇਸੇ ਨੂੰ n ਨਾਲ ਡਿਵਾਈਡ ਕਰਕੇ ਬਣਿਆਗਾ। ਤਾਂ ਚਾਹੇ ਤੁਸੀਂ ਫਸਟ ਜਿਹੜਾ ਮੈਥਡ ਆ ਉਹਦੇ ਨਾਲ ਕਰ ਸਕਦੇ ਹੋ। ਫਸਟ ਮੈਥਡ ਜਿਹੜਾ ਰਾਜੇ ਉਹ 2 ਸਟੈਪ 'ਚ ਹੁੰਦਾ ਹੈਗਾ, ਥੋੜ੍ਹਾ ਜਿਹਾ ਆਪਾਂ ਨੂੰ ਪ੍ਰੈਕਟੀਕਲ ਵੀ ਨਜ਼ਰ ਆਉਂਦਾ। ਜਿਹੜਾ ਮੈਥਡ 2 ਹੈ ਉਹ ਥੋੜ੍ਹਾ ਜਿਹਾ ਉਹਨੂੰ ਯਾਦ ਰੱਖਣ ਵਾਲਾ ਕੰਸੈਪਟ, ਮੈਮੋਰਾਈਜੇਸ਼ਨ ਦਾ ਕੰਸੈਪਟ ਉੱਥੇ ਆ ਜਾਂਦਾ ਹੈ। ਤਾਂ ਇਹ ਸੀ ਸਾਡੇ ਕੋਲ ਕਰੈਕਟਡ ਮੀਨ ਦਾ ਕੰਸੈਪਟ। ਇਹਦੇ ਨਾਲ ਰਿਲੇਟਡ ਜਿਹੜੇ ਕੁਐਸਚਨਸ ਅਸੀਂ ਦੇਖ ਲੈਂਦੇ ਹਾਂ। ਉਸ ਤੋਂ ਪਹਿਲਾਂ ਅਸੀਂ ਕਰਦੇ ਹਾਂ ਕੰਬਾਈਨਡ ਮੀਨ ਦਾ ਕੰਸੈਪਟ। ਨੈਕਸਟ ਹੈ ਸਾਡੇ ਕੋਲ ਕੰਬਾਈਨਡ ਮੀਨ। ਕੰਬਾਈਨਡ ਮੀਨ ਦਾ ਜਿਹੜਾ ਕੰਸੈਪਟ ਆ ਉਹਨੂੰ ਅਸੀਂ ਸਮਝਦੇ ਹਾਂ ਜੀ ਐਗਜ਼ਾਮਪਲ ਦੇ ਨਾਲ। ਸਪੋਜ਼ ਜਿਹੜਾ ਤੁਹਾਡੀ ਤੁਸੀਂ ਮੈਥ ਦੇ ਟੀਚਰ ਹੋ, 9th ਕਲਾਸ ਨੂੰ ਪੜ੍ਹਾਉਂਦੇ ਹੋ, 9th ਦੇ ਵਿੱਚ 9th A ਸੈਕਸ਼ਨ ਨੂੰ ਪੜ੍ਹਾਉਂਦੇ ਹੋ ਤੁਸੀਂ, ਤਾਂ ਤੁਹਾਨੂੰ ਕਿਹਾ ਗਿਆ ਕਿ ਇੱਕ ਟੈਸਟ ਕੰਡਕਟ ਕਰਨਾ ਜੋ ਕਿ 9th A ਤੇ 9th B ਜੋ ਕਿ ਅਲੱਗ ਸੈਕਸ਼ਨ ਹੈ, ਦੋਨਾਂ ਦੇ ਵਿੱਚ ਹੀ ਕੰਡਕਟ ਕੀਤਾ ਜਾਵੇਗਾ। 9th B ਦੇ ਜਿਹੜੇ ਮੈਥ ਦੇ ਅਧਿਆਪਕ ਨੇ ਉਹ ਅਲੱਗ ਨੇ ਅਤੇ 9th A ਦੇ ਅਧਿਆਪਕ ਤੁਸੀਂ ਹੋ। 9th A ਦੀ ਜਿਹੜੀ ਕਲਾਸ ਆ ਉਹਨਾਂ ਦਾ ਤੁਸੀਂ ਟੈਸਟ ਲਿੱਤਾ, ਉਸ ਤੋਂ ਬਾਅਦ ਤੁਸੀਂ ਐਵਰੇਜ ਕੱਢਤੀ ਵੀ 9th A ਦੇ ਬੱਚਿਆਂ ਦੀ ਮੈਥ ਦੇ ਵਿੱਚੋਂ ਇੰਨੀ ਐਵਰੇਜ ਆ, ਇੰਨੇ ਕੁ ਬੱਚਿਆਂ ਦੇ ਨੰਬਰ ਬਣਦੇ ਨੇ ਐਵਰੇਜ ਦੇ। ਉਸ ਤੋਂ 9th B ਦੀ ਕਲਾਸ ਦੇ ਜਿਹੜੇ ਟੀਚਰ ਨੇ ਉਹਨਾਂ ਨੇ ਵੀ ਮੀਨ ਫਾਈਂਡ ਆਊਟ ਕਰ ਲਈ, ਐਵਰੇਜ ਫਾਈਂਡ ਆਊਟ ਕਰ ਲਈ, ਵੀ ਅਸੀਂ ਵੀ ਟੈਸਟ ਲਿੱਤਾ ਸੀ, ਉਨੇ ਹੀ ਨੰਬਰ ਦਾ ਟੈਸਟ ਲਿੱਤਾ ਸੀ, ਉਸੇ ਚੈਪਟਰ ਦਾ ਲਿੱਤਾ ਸੀ ਜਿਹੜਾ 9th A ਦੇ ਬੱਚਿਆਂ ਦਾ ਹੋਇਆ। ਤਾਂ ਸਾਡੀ ਜਿਹੜੀ 9th B ਦੀ ਜਿਹੜੀ ਐਵਰੇਜ ਆ ਉਹ ਇੰਨੀ ਬਣ ਗਈ। ਹੁਣ ਤੁਹਾਡੇ ਕੋਲ ਪ੍ਰਿੰਸੀਪਲ ਕੋਲ ਤੁਸੀਂ ਲੈ ਕੇ ਗਏ ਦੋਨੇ ਆਪਣੇ, ਤੁਸੀਂ ਤੇ ਜਿਹੜਾ ਦੂਸਰੇ ਟੀਚਰ ਨੇ, ਤੁਸੀਂ ਉਹਨਾਂ ਦੀ ਪ੍ਰਿੰਸੀਪਲ ਮੈਡਮ ਕੋਲ ਲੈ ਕੇ ਵੀ ਸਾਡੀ ਆਹ ਐਵਰੇਜ ਆ, 9th A ਦੀ ਆਹ ਐਵਰੇਜ ਆ, 9th B ਦੀ ਆਹ ਐਵਰੇਜ ਆ ਮੈਥ ਸਬਜੈਕਟ 'ਚੋਂ। ਤਾਂ ਪ੍ਰਿੰਸੀਪਲ ਮੈਡਮ ਨੇ ਕਿਹਾ ਕਿ ਚਲੋ ਜੀ ਤੁਸੀਂ ਇਹ ਕਰੋ ਕਿ 9th ਦੀ ਓਵਰਆਲ ਜਾਂ ਫਿਰ ਕਹਿ ਦਈਏ ਵੀ ਕੰਬਾਈਨਡ ਮੈਨੂੰ ਐਵਰੇਜ ਦੱਸੋ ਵੀ 9th ਕਲਾਸ ਦੇ ਬੱਚਿਆਂ ਦਾ ਕੀ ਪਰਫਾਰਮ ਹੈ ਮੈਥ ਦੇ ਵਿੱਚੋਂ। ਕਿਉਂਕਿ ਅਸੀਂ ਕੀ ਕਰ ਰਹੇ ਹਾਂ, ਕਲਾਸ ਵਾਈਜ਼ ਕੰਬਾਈਨ ਕਰ ਰਹੇ ਹਾਂ, ਕਲਾਸ ਵਾਈਜ਼ ਅਸੀਂ ਚੈੱਕ ਕਰ ਰਹੇ ਹਾਂ ਵੀ 9th ਦੇ ਬੱਚੇ ਮੈਥ 'ਚੋਂ ਜ਼ਿਆਦਾ ਹੁਸ਼ਿਆਰ ਨੇ, 10th ਦੇ ਬੱਚੇ ਜ਼ਿਆਦਾ ਹੁਸ਼ਿਆਰ ਨੇ, 11th ਦੇ ਜ਼ਿਆਦਾ ਹੁਸ਼ਿਆਰ ਨੇ। ਇੱਕ ਹੋਰ ਐਗਜ਼ਾਮਪਲ ਦੇਖਦੇ ਹਾਂ। ਸਪੋਜ਼ ਅਸੀਂ ਕਿਸੇ ਫੈਕਟਰੀ ਦੇ ਵਿੱਚ ਜਾਂਦੇ ਹਾਂ ਤਾਂ ਉੱਥੇ ਜਿਹੜੇ ਆ ਫੀਮੇਲ ਅਤੇ ਮੇਲ ਵਰਕਰ ਜਿਹੜੇ ਨੇ ਦੋਨੇ ਹੀ ਕੰਮ ਕਰਦੇ ਨੇ, ਉਹਨਾਂ ਦੀ ਜਿਹੜੀ ਹੈ ਸੈਲਰੀਜ਼ ਦੇ ਵਿੱਚ ਡਿਫਰੈਂਸ ਜਿਹੜਾ ਅਸੀਂ ਦੇਖਣ ਨੂੰ ਮਿਲਦੇ ਹਾਂ, ਜੋ ਕਿ ਨਹੀਂ ਹੋਣਾ ਚਾਹੀਦਾ। ਫੀਮੇਲ ਦੀ ਜਿਹੜੀ ਸੈਲਰੀ ਹੈ ਰਾਜੇ ਉਹ ਆਪਾਂ ਉਹਦਾ ਕੀ ਕੀਤਾ, ਐਵਰੇਜ ਫਾਈਂਡ ਆਊਟ ਕਰ ਲਈ। ਫਿਰ ਅਸੀਂ ਕੀ ਕੀਤਾ, ਮੇਲ ਦੀ ਸੈਲਰੀ ਦਾ ਜਿਹੜਾ ਸੈਲਰੀ ਆ ਉਹਦੀ ਐਵਰੇਜ ਫਾਈਂਡ ਆਊਟ ਕਰ ਲਈ। ਜਦੋਂ ਅਸੀਂ ਐਵਰੇਜ ਫਾਈਂਡ ਆਊਟ ਕਰ ਲਈ ਮੇਲ ਦੀ ਸੈਲਰੀ ਅਤੇ ਫੀਮੇਲ ਦੀ ਸੈਲਰੀ, ਫਿਰ ਕਿਹਾ ਗਿਆ ਕਿ ਇਹਨੂੰ ਕੰਬਾਈਨ ਕਰੋ ਤਾਂ ਕਿ ਸਾਨੂੰ ਓਵਰਆਲ ਜਿਹੜੇ ਸਾਡੇ ਵਰਕਰ ਨੇ ਜੋ ਕਿ ਮੇਲ ਅਤੇ ਫੀਮੇਲ ਦੋਨੇ ਹੀ ਨੇ, ਕੰਬਾਈਨ ਕਰਕੇ ਉਹਨਾਂ ਦੀ ਸੈਲਰੀ ਜਿਹੜੀ ਸਾਨੂੰ ਪਤਾ ਲੱਗ ਸਕੇ। ਤਾਂ ਰਾਜੇ ਸੁਣਨ ਦੇ ਵਿੱਚ ਤਾਂ ਸੌਖਾ ਲੱਗ ਰਿਹਾ, ਲੇਕਿਨ ਜਦੋਂ ਅਸੀਂ ਇਸ ਤਰ੍ਹਾਂ ਦੀ ਕੈਲਕੂਲੇਸ਼ਨਸ ਕਰਦੇ ਹਾਂ ਤਾਂ ਕਾਫੀ ਵੱਡੀ ਮਾਸ ਵੈਲਿਊ ਜਿਹੜੀ ਸਾਡੇ ਕੋਲ ਆ ਜਾਂਦੀ ਹੈ। ਤਾਂ ਇਹਨੂੰ ਜਿਹੜਾ ਸੋਲਵ ਕਰਨ ਲਈ ਸਾਨੂੰ ਕੰਬਾਈਨਡ ਮੀਨ ਦਾ ਜਿਹੜਾ ਕੰਸੈਪਟ ਆ ਉਹ ਕਰਨਾ ਪੈਂਦਾ ਹੈ। ਹੁਣ ਸਮਝ ਲੈਂਦੇ ਕੰਬਾਈਨਡ ਮੀਨ ਨੂੰ ਫਾਈਂਡ ਆਊਟ ਕਿਸ ਤਰ੍ਹਾਂ ਕਰਨਾ ਹੈ। ਇੱਕ ਐਗਜ਼ਾਮਪਲ ਨਾਲ ਅਸੀਂ ਫਾਰਮੂਲਾ ਜਿਹੜਾ ਕੰਬਾਈਨਡ ਮੀਨ ਦਾ ਬਣਾਵਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ, ਸਪੋਜ਼ ਸਾਡੇ ਕੋਲ ਰਾਜੇ 10th ਕਲਾਸ ਦੇ ਰੱਖੀ ਹੈ ਸਾਨੂੰ, ਅਤੇ ਕਿਹਾ ਗਿਆ ਕਿ ਤੁਸੀਂ ਮੈਥ ਦਾ ਜਿਹੜਾ ਟੈਸਟ ਲੈਣਾ A ਸੈਕਸ਼ਨ ਦਾ ਅਤੇ B ਸੈਕਸ਼ਨ ਦਾ। ਜਿਹੜਾ A ਸੈਕਸ਼ਨ ਹੈ ਰਾਜੇ ਉਸ ਦੇ ਵਿੱਚ ਸਾਡੇ ਕੋਲ ਨੰਬਰ ਆਫ ਸਟੂਡੈਂਟਸ ਨੇ ਸਪੋਜ਼ ਕਿੰਨੇ ਨੇ 30, ਜਿਸ ਨੂੰ ਮੈਂ N1 ਨਾਲ ਰਿਪਰਜੈਂਟ ਕਰ ਦਿੰਦਾ। ਅਤੇ B ਕਲਾਸ ਹੈ ਉਹਦੇ ਵਿੱਚ ਨੰਬਰ ਆਫ ਸਟੂਡੈਂਟਸ ਸਾਡੇ ਕੋਲ ਸਪੋਜ਼ ਕਿੰਨੇ ਨੇ 40, ਜਿਸ ਨੂੰ ਮੈਂ N2 ਨਾਲ ਰਿਪਰਜੈਂਟ ਕਰ ਦਿੰਦਾ। ਅਸੀਂ ਕੀ ਕੀਤਾ, ਐਵਰੇਜ ਕੱਢ ਲਈ, ਟੈਸਟ ਲਿੱਤਾ ਅਤੇ ਉਸ ਤੋਂ ਸਾਨੂੰ ਜਿਹੜਾ ਪ੍ਰਿੰਸੀਪਲ ਮੈਡਮ ਨੇ ਕਿਹਾ ਕਿ ਤੁਸੀਂ ਇਹਦੀ ਐਵਰੇਜ ਕੱਢੋ ਕਿ ਅਲੱਗ-ਅਲੱਗ ਸੈਕਸ਼ਨ ਦੀ ਐਵਰੇਜ ਮੈਥ ਦੇ ਵਿੱਚੋਂ ਕਿੰਨੀ ਬਣਦੀ ਹੈ ਜਿਹੜਾ ਤੁਸੀਂ ਟੈਸਟ ਲਿੱਤਾ।
ਤਾਂ ਐਵਰੇਜ ਕੱਢੀ ਤਾਂ ਰਾਜੇ ਪਹਿਲੀ ਜਿਹੜੀ ਕਲਾਸ ਹੈ A ਕਲਾਸ ਉਹਨਾਂ ਦੀ ਜਿਹੜੀ ਐਵਰੇਜ ਹੈ ਮਾਰਕਸ ਦੀ ਉਹ ਬਣ ਗਈ 65 ਤੇ ਜਿਹੜੀ ਸੈਕਿੰਡ ਕਲਾਸ ਹੈ ਰਾਜੇ B ਸੈਕਸ਼ਨ ਹੈ ਉਹਨਾਂ ਦੀ ਜਿਹੜੀ ਐਵਰੇਜ ਬਣ ਗਈ ਉਹ ਬਣ ਗਈ ਮਾਰਕਸ ਦੀ 70 ਜਿਹਨੂੰ ਮੈਂ x2 ਬਾਰ ਨਾਲ ਲਿਖ ਲਿਆ। ਸਾਨੂੰ ਪਤਾ ਅਸੀਂ ਮੀਨ ਨੂੰ x ਬਾਰ ਨਾਲ ਰਿਪਰੈਜ਼ੈਂਟ ਕਰਦੇ ਹਾਂ। ਇਹ A ਕਲਾਸ ਹੈ ਫਸਟ ਕਲਾਸ ਹੈ ਇਸ ਕਰਕੇ ਇਹਨੂੰ x1 ਬਾਰ ਲਿਖਿਆ, B ਕਲਾਸ ਨੂੰ x2 ਬਾਰ ਲਿਖਿਆ। ਹੁਣ ਸਾਨੂੰ ਕਿਹਾ ਗਿਆ ਟੀਚਰ ਨੇ ਸਾਨੂੰ ਕਿਹਾ ਗਿਆ ਪ੍ਰਿੰਸੀਪਲ ਨੇ ਕਿ ਇਹ ਜਿਹੜਾ ਤੁਸੀਂ ਫਾਈਂਡ ਆਊਟ ਕੀਤੀ ਹੈ ਐਵਰੇਜ ਇਹ ਲੈ ਕੇ ਮੇਰੇ ਦਫ਼ਤਰ ਪਹੁੰਚ ਜਾਓ। ਅਸੀਂ ਦਫ਼ਤਰ ਪਹੁੰਚ ਗਏ ਤੇ ਮੈਡਮ ਦਾ ਜਿਹੜਾ ਮੂਡ ਚੇਂਜ ਹੋ ਗਿਆ ਉਹਨਾਂ ਦਾ, ਪ੍ਰਿੰਸੀਪਲ ਮੈਡਮ ਦਾ, ਕਹਿੰਦੇ ਵੀ ਨਹੀਂ ਜੀ ਹੁਣ ਤੁਸੀਂ ਕੀ ਕਰਨਾ ਹੈ, ਤੁਸੀਂ ਮੈਨੂੰ ਜਿਹੜਾ ਹੈ ਓਵਰਆਲ 10th ਕਲਾਸ ਦਾ ਜਿਹੜਾ ਕੰਬਾਈਨਡ ਜਿਹੜਾ ਐਵਰੇਜ ਆ ਉਹ ਕੱਢ ਕੇ ਲਿਆ ਕੇ ਦਿਓ। ਹੁਣ ਜੇ ਅਸੀਂ ਗੱਲ ਕਰੀਏ ਓਵਰਆਲ ਕੰਬਾਈਨਡ ਐਵਰੇਜ ਕੱਢਣ ਦੀ ਜਾਂ ਫਿਰ ਕੰਬਾਈਨਡ ਮੀਨ ਕੱਢਣ ਦੀ ਤਾਂ ਰਾਜੇ ਸਾਨੂੰ ਜਿਹੜਾ ਫਿਰ ਤੋਂ ਦੁਬਾਰਾ ਤੋਂ ਕਲੈਕਸ਼ਨ ਕਰਨੀ ਪੈਣੀ ਹੈ ਡਾਟਾ, ਦੁਬਾਰਾ ਤੋਂ ਬੱਚਿਆਂ ਦੇ ਨੰਬਰ ਜਿਹੜੇ ਪਤਾ ਕਰਨੇ ਪੈਣੇ ਆ ਅਤੇ ਦੁਬਾਰਾ ਤੋਂ ਉਹਨਾਂ ਦੀ ਮੀਨ ਪਤਾ ਕਰਨੀ ਪੈਣੀ ਹੈ। ਤਾਂ ਇਸ ਕੇਸ ਦੇ ਵਿੱਚ ਸਾਡੇ ਕੋਲ ਯੂਜ਼ ਹੁੰਦੀ ਹੈ ਕੰਬਾਈਨਡ ਮੀਨ ਦੇ ਕੰਸੈਪਟ ਦੀ। ਤਾਂ ਹੁਣ ਸਾਡੇ ਕੋਲ ਰਾਜੇ ਮੀਨ ਅਸੀਂ ਕਿਸ ਤਰ੍ਹਾਂ ਕੱਢਦੇ ਹਾਂ, ਮੀਨ ਅਸੀਂ ਕੱਢਦੇ ਹਾਂ ਸਾਡੇ ਕੋਲ ਕੀ ਹੈ ਸਮ ਆਫ ਵੈਲਿਊਜ਼ ਅਤੇ ਨੀਚੇ ਕੀ ਆਪਣੇ ਕੋਲ ਨੰਬਰ ਆਫ ਵੈਲਿਊਜ਼ ਨੂੰ ਡਿਵਾਈਡ ਕਰਕੇ ਹੈ ਨਾ। ਅਤੇ ਜੇ ਗੱਲ ਕਰੀਏ ਕੰਬਾਈਨਡ ਮੀਨ ਦੀ, ਕੰਬਾਈਨਡ ਮੀਨ ਕਿਸ ਤਰ੍ਹਾਂ ਫਾਈਂਡ ਆਊਟ ਕਰਾਂਗੇ, ਇੱਥੇ ਅਸੀਂ ਫਾਰਮੂਲਾ ਬਣਾਉਣ ਦੀ ਗੱਲ ਕਰ ਰਹੇ ਹਾਂ ਸਟੈਪ ਬਾਈ ਸਟੈਪ। ਸਾਨੂੰ ਪਤਾ ਹੈ ਅਸੀਂ ਮੀਨ ਕਿਸ ਤਰ੍ਹਾਂ ਫਾਈਂਡ ਆਊਟ ਕਰਦੇ ਹਾਂ, ਉਹ ਫਾਈਂਡ ਆਊਟ ਕਰਦੇ ਹਾਂ ਸਮ ਆਫ ਵੈਲਿਊਜ਼ ਨੂੰ ਡਿਵਾਈਡ ਕਰ ਦਿੰਦੇ ਹਾਂ ਅਸੀਂ ਨੰਬਰ ਆਫ ਵੈਲਿਊਜ਼ ਦੇ ਨਾਲ। ਅਤੇ ਰਾਜੇ ਜਿਹੜਾ ਕੰਬਾਈਨਡ ਮੀਨ ਹੈ ਉਹ ਵੀ ਇੱਕ ਤਰ੍ਹਾਂ ਦਾ ਮੀਨ ਹੀ ਹੈ ਲੇਕਿਨ ਕੰਬਾਈਨਡ ਹੈ, ਦੋ ਚੀਜ਼ਾਂ ਦੋ ਸੀਰੀਜ਼ ਨਾਲ ਜੁੜ ਕੇ ਬਣਿਆ। ਸਪੋਜ਼ ਇੱਥੇ 10th ਦਾ C ਸੈਕਸ਼ਨ ਵੀ ਹੋ ਸਕਦਾ ਸੀ ਤਾਂ ਉਸ ਦੇ ਵੀ ਕੋਈ ਨਾ ਕੋਈ ਨੰਬਰ ਆਫ ਸਟੂਡੈਂਟਸ ਹੋਣੇ ਸੀ, ਉਸ ਦਾ ਵੀ ਮੀਨ ਹੋਣਾ ਸੀ। ਤਾਂ ਉਹ 3 ਸੀਰੀਜ਼ ਵਾਸਤੇ ਵੀ ਇਸ ਨੂੰ ਯੂਜ਼ ਕਰ ਸਕਦੇ ਹਾਂ, 2 ਵਾਸਤੇ ਵੀ ਯੂਜ਼ ਕਰ ਸਕਦੇ ਹਾਂ, 4 ਵਾਸਤੇ ਵੀ ਯੂਜ਼ ਕਰ ਸਕਦੇ ਹਾਂ, N ਵਾਸਤੇ ਵੀ ਯੂਜ਼ ਕਰ ਸਕਦੇ ਹਾਂ। ਤਾਂ ਇਹ ਬਾਊਂਡਡ ਨਹੀਂ ਹੈ ਕਿ ਇੱਥੇ 2 ਸੀਰੀਜ਼ ਹੀ ਹੋਣਗੀਆਂ, ਇੱਥੇ ਹੋ ਸਕਦਾ 3 ਹੋਣ 4 ਹੋਣ, N ਸੀਰੀਜ਼ ਹੋ ਸਕਦੀਆਂ। ਲੇਕਿਨ ਅਸੀਂ ਫਾਰਮੂਲਾ ਕਿਸ ਤਰ੍ਹਾਂ ਬਣ ਰਿਹਾ ਉਹਦੀ ਗੱਲ ਕਰ ਰਹੇ ਹਾਂ। ਹੁਣ ਜੇ ਸਾਨੂੰ ਪਤਾ ਹੈ ਕਿ ਅਸੀਂ A ਸੈਕਸ਼ਨ ਦੀ ਮੀਨ ਫਾਈਂਡ ਆਊਟ ਕਰ ਲਈ, B ਸੈਕਸ਼ਨ ਦੀ ਮੀਨ ਫਾਈਂਡ ਆਊਟ ਕਰ ਲਈ, ਹੁਣ ਅਸੀਂ ਕੰਬਾਈਨਡ 10th ਕਲਾਸ ਦੀ ਮੀਨ ਫਾਈਂਡ ਆਊਟ ਕਰਨੀ ਹੈ, ਉਹਨਾਂ ਦੀ ਐਵਰੇਜ ਕੱਢਣੀ ਹੈ। ਤਾਂ ਕੰਬਾਈਨਡ ਮੀਨ ਵੀ ਰਾਜੇ ਮੀਨ ਹੀ ਹੈ ਲੇਕਿਨ ਕੰਬਾਈਨਡ ਹੈ, ਕੰਬਾਈਨਡ ਸ਼ਬਦ ਨਾਲ ਉਹਦੇ ਜੁੜ ਗਿਆ। ਹੁਣ ਸਾਨੂੰ ਪਤਾ ਮੀਨ ਕੱਢਣ ਦਾ ਫਾਰਮੂਲਾ ਕੀ ਹੁੰਦਾ, ਸਮ ਆਫ ਵੈਲਿਊਜ਼ ਅਪੋਨ ਨੰਬਰ ਆਫ ਵੈਲਿਊਜ਼। ਅਤੇ ਕੰਬਾਈਨਡ ਮੀਨ ਕੱਢਣ ਦਾ ਫਾਰਮੂਲਾ ਆ ਜੂ ਕੰਬਾਈਨਡ, ਕਿਉਂਕਿ ਕੰਬਾਈਨਡ ਸ਼ਬਦ ਨਾਲ ਲਾ ਦਿੱਤਾ ਕੰਬਾਈਨਡ ਸਮ ਆਫ ਵੈਲਿਊਜ਼, ਜਿਹੜੀਆਂ ਕੰਬਾਈਨਡ ਸਮ ਹੈ ਵੈਲਿਊਜ਼ ਦਾ ਹੈ ਨਾ, ਉਹਨੂੰ ਡਿਵਾਈਡ ਕਿਹਦੇ ਨਾਲ ਕਰ ਦੇਣਾ ਕੰਬਾਈਨਡ ਨੰਬਰ ਆਫ ਵੈਲਿਊਜ਼ ਦੇ। ਜਿਹੜਾ ਸਾਡੇ ਕੋਲ ਸਮ ਆਫ ਕੰਬਾਈਨਡ ਸਮ ਹੈ ਦੋਨੇ ਸੀਰੀਜ਼ ਦਾ ਕੰਬਾਈਨਡ ਸਮ ਪਹਿਲਾਂ ਉਹ ਪਤਾ ਕਰ ਲਓ, ਫਿਰ ਦੋਨੇ ਸੀਰੀਜ਼ ਦੀ ਕੰਬਾਈਨਡ ਨੰਬਰ ਆਫ ਵੈਲਿਊਜ਼ ਪਤਾ ਕਰ ਲਓ। ਕੰਬਾਈਨਡ ਨੰਬਰ ਆਫ ਵੈਲਿਊਜ਼ ਦੀ ਗੱਲ ਕਰੀਏ ਤਾਂ ਰਾਜੇ ਦੋਨਾਂ ਵੈਲਿਊਜ਼ ਦੀ ਜਿਹੜੀ ਟੋਟਲ ਨੰਬਰ ਆਫ ਵੈਲਿਊਜ਼ ਨੇ, ਜੇ ਆਪਾਂ ਕਹਿ ਦਈਏ ਦੋਨਾਂ ਨੂੰ ਕੀ ਕਰ ਦੇਣਾ ਐਡ ਕਰ ਦੇਣਾ N1 + N2, ਤਾਂ ਸਾਡੇ ਕੋਲ ਕੰਬਾਈਨਡ ਨੰਬਰ ਆਫ ਵੈਲਿਊਜ਼ ਤਾਂ ਆ ਗਿਆ। ਹੁਣ ਗੱਲ ਕਰੀਏ ਅਸੀਂ ਕੰਬਾਈਨਡ ਕੰਬਾਈਨਡ ਨੰਬਰ ਆਫ ਵੈਲਿਊਜ਼ ਤਾਂ ਆ ਗਿਆ। ਹੁਣ ਗੱਲ ਕਰੀਏ ਕੰਬਾਈਨਡ ਸਮ ਆਫ ਵੈਲਿਊਜ਼ ਦੀ, ਤਾਂ ਉਹ ਕਿਵੇਂ ਆਊਗਾ, ਕੰਬਾਈਨਡ ਸਮ ਆਫ ਵੈਲਿਊਜ਼ ਕਿਸ ਤਰ੍ਹਾਂ ਆਊਗਾ ਰਾਜੇ। ਸਮ ਆਫ ਵੈਲਿਊਜ਼ ਦਾ ਫਾਰਮੂਲਾ ਸਾਡੇ ਕੋਲ ਆਹ ਹੁੰਦਾ ਹੈ, XI ਲਿਖ ਰੱਖਿਆ ਇਹਦੀ ਜਗ੍ਹਾ 'ਤੇ ਨਾ, ਸਿਗਮਾ XI = NXI। ਹੁਣ ਦੇਖੋ ਰਾਜੇ ਅਸੀਂ ਕੰਬਾਈਨਡ ਸਮ ਆਫ ਵੈਲਿਊਜ਼ ਫਾਈਂਡ ਆਊਟ ਕਰਨੀ ਹੈ, ਆਹ ਹੁੰਦੀ ਆਪਣੇ ਕੋਲ ਸਮ ਆਫ ਵੈਲਿਊਜ਼। ਅਤੇ ਜੇ ਅਸੀਂ ਗੱਲ ਕਰੀਏ ਇੱਕ ਵੈਲਿਊ ਦੀ ਤਾਂ ਆਹ ਫਾਰਮੂਲਾ ਲੱਗ ਜੂ। ਅਗਰ ਅਸੀਂ ਗੱਲ ਕਰੀਏ 2 ਵੈਲਿਊ ਦੀ, 2 ਅਸੀਂ ਸੀਰੀਜ਼ ਨੂੰ ਕੰਬਾਈਨ ਕਰਨਾ ਹੈ ਤਾਂ ਉਹ ਕਿਹਦੇ ਬਰਾਬਰ ਹੋਊ, ਉਹ ਬਰਾਬਰ ਹੋਊ N1 x1 ਬਾਰ + N2 x2 ਬਾਰ ਦੇ। 2 ਸੀਰੀਜ਼ ਨੇ ਤਾਂ ਕੰਬਾਈਨਡ ਸਮ ਆਪਣੇ ਕੋਲ ਆ ਗਿਆ N1 x1 ਬਾਰ। ਅਤੇ ਜੇ ਆਪਾਂ ਨੂੰ ਕੁਛ ਨਹੀਂ ਕਿਹਾ ਗਿਆ, ਕੋਈ ਸੀਰੀਜ਼ ਨਹੀਂ ਕਿਹਾ ਗਿਆ, ਤਾਂ ਅਸੀਂ ਫਾਰਮੂਲਾ ਕਿਹੜਾ ਯੂਜ਼ ਕਰਾਂਗੇ, ਫਾਰਮੂਲਾ ਨੰਬਰ 2 ਯੂਜ਼ ਕਰਾਂਗੇ। ਲੇਕਿਨ ਆਪਣੇ ਕੋਲ 2 ਸੀਰੀਜ਼ ਦਾ ਕੰਬਾਈਨਡ ਸਮ ਪਤਾ ਕਰਨਾ ਹੈ ਤਾਂ ਉਹ ਬਰਾਬਰ ਆ ਜੂ N1 x1 ਬਾਰ ਦੇ + N2 x2 ਬਾਰ ਦੇ। ਅਤੇ ਆਪਣੇ ਕੋਲ ਕੰਬਾਈਨਡ ਨੰਬਰ ਆਫ ਵੈਲਿਊਜ਼ ਕਿੰਨੀਆਂ ਆ ਗਈਆਂ, ਉਹ ਆ ਗਈਆਂ N1 + N2। ਤਾਂ ਹੁਣ ਆਪਣੇ ਕੋਲ ਕੰਬਾਈਨਡ ਮੀਨ ਕਿੰਨਾ ਆ ਗਿਆ, ਉਹ ਇੱਥੇ ਫਾਰਮੂਲੇ ਦੇ ਵਿੱਚ ਜਿਹੜੀ ਹੈ ਵੈਲਿਊਜ਼ ਪੁੱਟ ਕਰ ਦਿਓ। ਕੰਬਾਈਨਡ ਸਮ ਆਫ ਵੈਲਿਊਜ਼ ਆਪਣੇ ਕੋਲ ਆ ਗਿਆ N1 x1 ਬਾਰ + N2 x2 ਬਾਰ ਡਿਵਾਈਡਡ ਬਾਏ N1 + N2 ਦੇ। ਤਾਂ ਇੱਥੋਂ ਅਸੀਂ ਜਿਹੜਾ ਹੈ ਕੰਬਾਈਨਡ ਮੀਨ ਫਾਈਂਡ ਆਊਟ ਕਰ ਸਕਦੇ ਹਾਂ ਇਹਨਾਂ ਦੋਨਾਂ ਜਿਹੜੇ ਆਪਣੇ ਕੋਲ ਕਲਾਸਿਸ ਦਾ। ਅਤੇ ਆਪਾਂ ਜੇ ਗੱਲ ਕਰੀਏ ਫਾਈਂਡ ਕਰ ਹੀ ਲੈਂਦੇ ਹਾਂ, ਆਪਣੇ ਕੋਲ ਐਗਜ਼ਾਮਪਲ ਬਣੀ ਪਈ ਹੈ। N1 ਆਪਣੇ ਕੋਲ ਕਿੰਨਾ ਹੈ 30 ਅਤੇ x1 ਬਾਰ ਕਿੰਨਾ ਆਪਣੇ ਕੋਲ 65। ਤਾਂ ਆਪਣੇ ਕੋਲ ਸਮ ਆ ਗਿਆ ਪਹਿਲੀ ਸੀਰੀਜ਼ ਦਾ ਪਲੱਸ ਦੂਜੀ ਸੀਰੀਜ਼ ਦਾ ਸਮ, ਉਹ ਆਪਣੇ ਕੋਲ ਕਿੰਨਾ N2 × x2 ਬਾਰ, N2 ਕਿੰਨਾ 40 × x2 ਬਾਰ ਮਤਲਬ 70।
ਤੇ ਡਿਵਾਈਡ ਕਰਾਂਗੇ n1 plus n2 30 plus 40 ਦੇ ਨਾਲ। ਤਾਂ ਇੱਥੋਂ ਜਦੋਂ ਤੁਸੀਂ ਸੋਲਵ ਕਰੋਗੇ ਤਾਂ ਤੁਹਾਡੇ ਕੋਲ ਕੀ ਆ ਜਾਊਗਾ, ਕੰਬਾਈਨਡ ਮੀਨ ਆ ਜਾਊਗਾ ਕਿਹਦਾ, 10th ਕਲਾਸ ਦਾ। ਤਾਂ ਇਸ ਤਰ੍ਹਾਂ ਤੁਸੀਂ ਕੰਬਾਈਨਡ ਮੀਨ ਦੇ ਜਿਹੜੇ ਕੁਐਸਚਨ ਨੇ ਸੋਲਵ ਕਰ ਸਕਦੇ ਆ। ਇਹ ਤਾਂ ਸੀਗਾ ਰਾਜੇ ਸਾਡੇ ਕੋਲ ਥਿਓਰੇਟੀਕਲ ਪੋਰਸ਼ਨ ਕਿ ਅਸੀਂ ਕਿਸ ਤਰ੍ਹਾਂ ਕਿਹੜੀ ਵੈਲਿਊਜ਼ ਫਾਈਂਡ ਆਊਟ ਕਰਨੀਆਂ ਨੇ। ਹੁਣ ਅਸੀਂ ਕੀ ਕਰਾਂਗੇ, ਕੁਝ MCQs ਪ੍ਰੈਕਟਿਸ ਕਰਾਂਗੇ। ਤਾਂ ਇਸ ਤੋਂ ਜਿਹੜੇ ਨੈਕਸਟ ਜਿਹੜਾ ਸਾਡਾ ਚੈਪਟਰ ਲੈਕਚਰ ਹੋਵੇਗਾ ਉਸ 'ਚ ਅਸੀਂ ਮੀਡੀਅਨ ਤੇ ਮੋਡ ਦਾ ਕੰਸੈਪਟ ਜਿਹੜਾ ਕਰਾਂਗੇ। ਹੁਣ ਅਸੀਂ ਕੁਝ MCQs ਦੇਖ ਲੈਂਦੇ ਹਾਂ। ਐਗਜ਼ਾਮਪਲਸ ਕਰਨ ਤੋਂ ਪਹਿਲਾਂ ਅਸੀਂ ਇੱਕ ਹੋਰ ਤਰ੍ਹਾਂ ਦੀ ਸੀਰੀਜ਼ ਜਿਹੜੀ ਹੈ ਦੇਖ ਲੈਂਦੇ ਹਾਂ, ਰਿਪਰੈਜ਼ੈਂਟੇਸ਼ਨ ਕਿਸ ਤਰ੍ਹਾਂ ਕਰ ਸਕਦੇ ਹਾਂ ਡਾਟਾ ਦੀ। ਅਸੀਂ ਹੁਣ ਤੱਕ ਜਿਹੜੀ ਸੀਰੀਜ਼ ਪੜ੍ਹੀਆਂ, ਇੰਡੀਵਿਜੂਅਲ ਸੀਰੀਜ਼ ਹੋ ਗਿਆ, ਡਿਸਕ੍ਰੀਟ ਸੀਰੀਜ਼ ਹੋ ਗਿਆ, ਕੰਟੀਨਿਊਸ ਕਹਿ ਲਈ ਜਾਂ ਫਿਰ ਗਰੁੱਪਡ ਸੀਰੀਜ਼ ਹੋ ਗਿਆ। ਤੇ ਇਹ ਸੀਰੀਜ਼ ਆਪਣੇ ਕੋਲ ਓਪਨ ਐਂਡਡ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਸੀਰੀਜ਼। ਇਸ ਸੀਰੀਜ਼ ਦੇ ਵਿੱਚ ਸਾਡੇ ਕੋਲ ਇੱਕ ਐਂਡ ਓਪਨ ਹੋ ਸਕਦਾ ਹੈ ਤੇ ਦੋਨੇ ਐਂਡ ਵੀ ਜਿਹੜੇ ਨੇ ਓਪਨ ਹੋ ਸਕਦੇ ਨੇ। ਓਪਨ ਐਂਡ ਦਾ ਕੀ ਮਤਲਬ ਹੈ ਤੇ ਇਸ ਦੀ ਜ਼ਰੂਰਤ ਕਿਉਂ ਪਈ ਉਹ ਦੇਖ ਲੈਂਦੇ ਹਾਂ। ਅਬਵ 90 ਦਾ ਮਤਲਬ ਹੈ ਵੀ 90 ਤੋਂ ਜ਼ਿਆਦਾ। ਇਹ ਸਾਨੂੰ ਸੈਲਰੀ ਡਿਸਟ੍ਰੀਬਿਊਸ਼ਨ ਦੇ ਰੱਖੀ ਹੈ। ਕਿਸੇ ਫੈਕਟਰੀ ਦੇ ਵਿੱਚ ਵਰਕਰ ਕੰਮ ਕਰਦੇ ਨੇ, ਕਿਸੇ ਫੈਕਟਰੀ 'ਚ ਜੋ EMPLOYEES ਨੇ ਉਹਨਾਂ ਦੀ ਸੈਲਰੀ ਸਪੋਜ਼ ਦੇ ਰੱਖੀ ਹੈ। ਆਪਾਂ ਕਿਹਾ ਵੀ 50,000 ਤੋਂ ਲੈ ਕੇ 60,000 ਤੱਕ ਟੋਟਲ 12 ਵਰਕਰ ਨੇ, 60,000 ਤੋਂ 70,000 ਤੱਕ 18 ਵਰਕਰ ਨੇ। ਇਸੇ ਤਰ੍ਹਾਂ 90 ਅਬਵ ਦੇ ਵਰਕਰ ਕਿੰਨੇ ਨੇ, ਸਾਡੇ ਕੋਲ 20 ਵਰਕਰ ਨੇ। ਹੁਣ ਅਬਵ 90 ਦਾ ਕੀ ਮਤਲਬ ਹੈ ਤੇ ਉੱਥੇ 20 ਜਿਹੜੇ ਵਰਕਰ ਨੇ ਉਹਨਾਂ ਦਾ ਕੀ ਮਤਲਬ ਹੈ ਉਹ ਸਮਝ ਲੈਂਦੇ ਹਾਂ। ਅਬਵ 90 ਦਾ ਮਤਲਬ ਹੈ ਵੀ 90,000 ਤੋਂ ਜ਼ਿਆਦਾ ਕਿੰਨੀ ਵੀ ਹੋ ਸਕਦੀ ਹੈ, 60,000 1 ਲੱਖ ਵੀ ਹੋ ਸਕਦੀ ਹੈ, 1,60,000 ਵੀ ਹੋ ਸਕਦੀ ਹੈ, 1,70,000 ਵੀ ਹੋ ਸਕਦੀ ਹੈ, 2 ਕਰੋੜ ਵੀ ਹੋ ਸਕਦੀ ਹੈ, 1 ਕਰੋੜ ਵੀ ਹੋ ਸਕਦੀ ਹੈ ਸੈਲਰੀ। ਤਾਂ ਇਹ ਕਹਿੰਦੇ ਵੀ ਜਿੰਨੇ 90,000 ਤੋਂ ਉੱਪਰ ਵਾਲੇ EMPLOYE ਨੇ ਉਹ 20 ਨੇ ਸਾਡੇ ਕੋਲ। ਤੇ ਸਾਨੂੰ ਅਬਵ 90 ਲਿਖਣ ਦੀ ਜ਼ਰੂਰਤ ਕਿਉਂ ਪਈ, ਅਸੀਂ ਇਹਨਾਂ ਨੂੰ ਵੀ ਕਲਾਸ ਦੇ ਵਿੱਚ ਕਿਉਂ ਨਹੀਂ ਲਿਖਿਆ। ਜਿਸ ਤਰ੍ਹਾਂ ਅਸੀਂ ਆਹ ਕਲਾਸ ਇੰਟਰਵਲ ਲਿਖੇ ਨੇ 80,000 ਤੋਂ 90,000, ਇਸੇ ਤਰ੍ਹਾਂ ਹੀ ਅਸੀਂ ਜਿਹੜਾ ਕਲਾਸ ਇੰਟਰਵਲ ਕਿਉਂ ਨਹੀਂ ਲਿਖਿਆ, ਅਬਵ 90 ਕਿਉਂ ਲਿਖਿਆ। ਉਹਦਾ ਰੀਜ਼ਨ ਇਹ ਹੈ ਕਿ ਜਿਹੜੇ ਇਹ 20 EMPLOYE ਨੇ ਇਹਨਾਂ ਦੇ ਵਿੱਚੋਂ ਕਿਸੇ ਇੱਕ EMPLOYE ਦੀ ਜਿਹੜੀ ਸੈਲਰੀ ਹੈ ਸਪੋਜ਼ ਉਹ 1 ਲੱਖ ਹੈ। ਦੂਸਰੇ ਜਿਹੜਾ EMPLOYE ਆ ਉਹਦੀ ਸੈਲਰੀ ਸਪੋਜ਼ 1.5 ਲੱਖ ਰੁਪਈਆ ਹੈ। ਤੀਸਰਾ EMPLOYE ਆ ਉਹਦੀ ਸੈਲਰੀ ਜਿਹੜੀ ਸਪੋਜ਼ 1,10,000 ਰੁਪਈਆ ਹੈ। ਚੌਥਾ EMPLOYE ਆ ਉਹਦੀ ਸਪੋਜ਼ ਸੈਲਰੀ ਜਿਹੜੀ ਆ ਉਹ 2 ਲੱਖ ਰੁਪਈਆ ਹੈ। ਪੰਜਵਾਂ EMPLOYE ਆ ਉਹਦੀ ਸੈਲਰੀ ਸਪੋਜ਼ 5 ਲੱਖ ਰੁਪਈਆ। ਤਾਂ ਇਸੇ ਤਰ੍ਹਾਂ ਛੇਵਾਂ EMPLOYE ਹੈ ਸਪੋਜ਼ ਉਹਦੀ ਸੈਲਰੀ 1 ਕਰੋੜ ਰੁਪਈਆ। ਤਾਂ ਇਸੇ ਤਰ੍ਹਾਂ ਜਿਹੜੀ ਹੈ ਵੇਰੀਏਸ਼ਨ ਬਹੁਤ ਜ਼ਿਆਦਾ ਹੈ। ਸਾਡੇ ਕੋਲ ਲਿਖ ਪਾਉਣਾ ਬਹੁਤ ਮੁਸ਼ਕਿਲ ਹੈ ਇੰਨੀ ਵੱਡੀ ਮਾਸ ਨੂੰ ਕਲਾਸਿਸ ਦੇ ਵਿੱਚ। ਏਡੀ ਵੱਡੀ ਕਲਾਸਿਸ ਬਣਾਉਣੀਆਂ ਬਹੁਤ ਮੁਸ਼ਕਿਲ ਨੇ ਸਾਡੇ ਕੋਲ। ਤਾਂ ਇਸ ਲਈ ਜਿਹੜਾ ਅਸੀਂ ਕੀ ਲਿਖ ਦਿੱਤਾ ਵੀ ਜਿੰਨੇ ਵੀ 90,000 ਤੋਂ ਉੱਪਰ ਵਾਲੇ ਜਿਹੜੇ ਸਾਡੇ EMPLOYEES ਨੇ ਉਹਨਾਂ ਨੂੰ ਅਸੀਂ ਜਿਹੜਾ ਅਲੱਗ ਜਿਹੜਾ ਕਲਾਸ ਇੰਟਰਵਲ ਬਣਾ ਕੇ ਲਿਖ ਦਿੱਤਾ। ਅਸੀਂ ਕਿਹਾ ਵੀ 90,000 ਤੋਂ ਜਿੰਨੇ ਵਾਲੇ ਨੇ ਉਹ ਆਪਣੀ ਕਾਊਂਟਿੰਗ ਦੱਸ ਦੇਣ। ਤਾਂ ਉਹਨਾਂ ਦੀ ਕਾਊਂਟਿੰਗ ਕਿੰਨੀ ਆ ਗਈ 20। ਇਸੇ ਤਰ੍ਹਾਂ ਬਿਲੋ 60 ਦੇ ਵਿੱਚ ਕਿਸੇ ਦੀ 500 ਸੈਲਰੀ ਵੀ ਹੋ ਸਕਦੀ, ਕਿਸੇ ਦੀ 1000 ਵੀ ਹੋ ਸਕਦੀ ਹੈ, ਕਿਸੇ ਦੀ 2,000 ਵੀ ਹੋ ਸਕਦੀ ਹੈ, ਕਿਸੇ ਦੀ 50,000 ਵੀ ਹੋ ਸਕਦੀ, ਕਿਸੇ ਦੀ 35,000 ਵੀ ਹੋ ਸਕਦੀ ਹੈ, 37,000 ਵੀ ਹੋ ਸਕਦੀ ਹੈ। ਤਾਂ ਉਹ ਸਾਰੇ ਆਪਣੇ ਕੋਲ ਕਿੰਨੇ EMPLOYEES ਨੇ, 9 EMPLOYEES ਨੇ। ਵੇਰੀਏਸ਼ਨ ਕਰਕੇ ਅਸੀਂ ਜਿਹੜਾ ਉਹਨਾਂ ਨੂੰ ਅਲੱਗ ਕੈਟਾਗਰਾਈਜ਼ ਕਰ ਦਿੱਤਾ ਕਲਾਸ ਦੇ ਵਿੱਚ। ਹੁਣ ਜਿਹੜਾ ਹੈ ਇਸ ਓਪਨ ਐਂਡਡ ਜਿਹੜੀ ਫ੍ਰੀਕੁਐਂਸੀ ਹੈ ਡਿਸਟ੍ਰੀਬਿਊਸ਼ਨ, ਇਹਦੇ ਵਿੱਚ ਜੇ ਅਸੀਂ ਮੀਨ ਫਾਈਂਡ ਆਊਟ ਕਰਨਾ ਹੈ ਤਾਂ ਉਹ ਕਿਸ ਤਰ੍ਹਾਂ ਫਾਈਂਡ ਆਊਟ ਕਰਾਂਗੇ। ਅਸੀਂ ਲਾਸਟ ਜਦੋਂ ਕੀਤਾ ਸੀ ਕਲਾਸ ਡਿਸਟ੍ਰੀਬਿਊਸ਼ਨ ਜਾਂ ਗਰੁੱਪ ਡਿਸਟ੍ਰੀਬਿਊਸ਼ਨ, ਉਸ ਦੇ ਵਿੱਚ ਅਸੀਂ ਕੀਤਾ ਸੀ ਕਿ ਅਸੀਂ ਮਿਡ ਪੁਆਇੰਟ ਫਾਈਂਡ ਆਊਟ ਕੀਤਾ ਸੀਗਾ, ਇੱਕ ਐਵਰੇਜ ਫਾਈਂਡ ਆਊਟ ਕੀਤੀ ਸੀ। ਉਸ ਤੋਂ ਬਾਅਦ ਅਸੀਂ ਕਿਹਾ ਸੀਗਾ ਕਿ ਇਹ ਮਿਡ ਪੁਆਇੰਟ ਨੂੰ ਜਿਹੜਾ ਫ੍ਰੀਕੁਐਂਸੀ ਨਾਲ ਮਲਟੀਪਲਾਈ ਕਰਕੇ ਜਿਹੜਾ ਉਹਦਾ ਸਮ ਫਾਈਂਡ ਆਊਟ ਕਰਕੇ ਅਸੀਂ ਜਿਹੜਾ ਨੀਅਰ ਅਬਾਊਟ ਪਹੁੰਚ ਜਾਂਦੇ ਹਾਂ ਟੋਟਲ ਅਮਾਊਂਟ ਦੇ ਜਾਂ ਟੋਟਲ ਵੈਲਿਊ ਦੇ। ਪਰ ਇਸ ਜਿਹੜੀ ਸੀਰੀਜ਼ ਹੈ ਸਾਡੇ ਕੋਲ ਓਪਨ ਐਂਡਡ ਸੀਰੀਜ਼ ਹੈ, ਇਸ ਦੇ ਵਿੱਚ ਜਿਹੜਾ ਮਿਡ ਪੁਆਇੰਟ ਫਾਈਂਡ ਆਊਟ ਕਰ ਪਾਉਣਾ, ਬਿਲੋ 60 ਦਾ ਮਿਡ ਪੁਆਇੰਟ ਕਿੰਨਾ ਹੋਵੇਗਾ ਸਾਨੂੰ ਨਹੀਂ ਪਤਾ। ਇਸੇ ਤਰ੍ਹਾਂ ਅਬਵ 90 ਦਾ ਮਿਡ ਪੁਆਇੰਟ ਕਿੰਨਾ ਹੋਵੇਗਾ ਉਹ ਵੀ ਸਾਨੂੰ ਨਹੀਂ ਪਤਾ। ਤਾਂ ਇਸੇ ਕਰਕੇ ਅਸੀਂ ਓਪਨ ਐਂਡਡ ਸੀਰੀਜ਼ ਦੇ ਵਿੱਚ ਜਿਹੜਾ ਮੀਨ ਕੈਲਕੂਲੇਟ ਨਹੀਂ ਕਰ ਸਕਦੇ। ਫਸਟ ਐਗਜ਼ਾਮਪਲ ਦੇ ਵਿੱਚ ਸਾਨੂੰ ਇੰਡੀਵਿਜੂਅਲ ਸੀਰੀਜ਼ ਦੇ ਰੱਖੀ ਹੈ ਤੇ ਕਿਹਾ ਗਿਆ ਕਿ ਉਸ ਦਾ ਮੀਨ ਜੋ ਹੈ ਉਹ 18 ਹੈ ਤੇ ਅਸੀਂ ਜਿਹੜੀ ਹੈ x ਦੀ ਵੈਲਿਊ ਫਾਈਂਡ ਆਊਟ ਕਰਨੀ ਹੈ। ਸਭ ਤੋਂ ਪਹਿਲਾਂ ਸਾਨੂੰ ਪਤਾ ਫਾਰਮੂਲਾ ਮੀਨ ਦਾ ਕੀ ਹੁੰਦਾ, ਉਹ ਹੁੰਦਾ ਸਮ ਆਫ ਆਲ ਵੈਲਿਊਜ਼ ਡਿਵਾਈਡਡ ਬਾਈ ਨੰਬਰ ਆਫ ਵੈਲਿਊਜ਼ ਦੇ। ਤਾਂ ਫਸਟ ਕੁਐਸਚਨ ਦੇ ਵਿੱਚ ਜਿਹੜਾ ਹੈ ਸਾਡੇ ਕੋਲ ਸਮ ਆਫ ਵੈਲਿਊਜ਼ ਕਿੰਨੀਆਂ ਨੇ, ਉਹ ਹੈ 8 + 18 + 3 + 13 + 28 + 23 + x ਡਿਵਾਈਡਡ ਬਾਈ ਨੰਬਰ ਆਫ ਟਰਮਸ ਜੋ ਕਿ ਨੇ ਸਾਡੇ ਕੋਲ 7 ਤੇ ਬਰਾਬਰ ਕਿਸ ਦੇ ਆ 18 ਦੇ। ਜਦੋਂ ਅਸੀਂ ਫਾਈਂਡ ਆਊਟ ਕਰਾਂਗੇ ਤਾਂ ਆਪਣੇ ਕੋਲ ਕਿੰਨਾ ਆ ਜੂ 18 = 93 + x ਡਿਵਾਈਡਡ ਬਾਈ 7 ਦੇ। ਕ੍ਰਾਸ ਮਲਟੀਪਲਾਈ ਕਰਕੇ ਸਾਡੇ ਕੋਲ ਕਿੰਨਾ ਆ ਗਿਆ 126 - 93 ਕਿੰਨਾ ਆ ਗਿਆ x ਦੇ ਬਰਾਬਰ। x ਕਿੰਨਾ ਆ ਗਿਆ ਆਪਣੇ ਕੋਲ 33। ਤਾਂ ਸੀ ਆਪਸ਼ਨ ਜਿਹੜੀ ਹੈ ਸਾਡੇ ਕੋਲ ਫਸਟ ਦਾ ਜਿਹੜਾ ਕਰੈਕਟ ਆਨਸਰ ਹੈ। ਸੈਕਿੰਡ ਕੁਐਸਚਨ ਸਾਡੇ ਕੋਲ ਕਿਹਾ ਗਿਆ ਕਿ ਕਹਿੰਦੇ ਐਵਰੇਜ ਆਫ ਆਲ ਦਾ ਫੈਕਟਰਸ ਆਫ 10 ਇਜ਼ 10 ਦੀਆਂ ਜਿਹੜੀ ਫੈਕਟਰ ਹੈ ਉਹਨਾਂ ਦੀ ਐਵਰੇਜ ਪਤਾ ਕਰਨੀ ਹੈ। ਤਾਂ ਸਾਨੂੰ ਪਤਾ 10 ਦੇ ਜਿਹੜੇ ਫੈਕਟਰਸ ਨੇ ਉਹ ਸਾਡੇ ਕੋਲ ਕੀ ਨੇ 1 2 5 ਤੇ 10।
ਤੇ ਇਹਨਾਂ ਦੀ ਜਿਹੜੀ ਐਵਰੇਜ ਆ ਉਹ ਕੀ ਹੈ 1 + 2 + 5 + 10 ਡਿਵਾਈਡਡ ਬਾਈ ਸਾਡੇ ਕੋਲ ਕਿੰਨਾ ਹੈ 4। ਕਿੰਨਾ ਆ ਜਾਊਗਾ ਆਪਣੇ ਕੋਲ 18/4 ਜਾਂ ਫਿਰ 9/2, ਜਿਸ ਨੂੰ ਅਸੀਂ ਲਿਖ ਸਕਦੇ ਹਾਂ 4.5 ਦੇ ਇਕੁਅਲ। ਤਾਂ ਡੀ ਆਪਸ਼ਨ ਜਿਹੜੀ ਸਾਡੇ ਕੋਲ ਕਰੈਕਟ ਆਨਸਰ ਹੈ ਸੈਕਿੰਡ ਕੁਐਸਚਨ ਦਾ। ਥਰਡ ਕੁਐਸਚਨ ਸਾਨੂੰ ਦੇ ਰੱਖਿਆ, ਕਹਿੰਦੇ ਦਾ ਨੰਬਰ ਦੇ ਰੱਖੇ ਨੇ ਕੁਝ ਸਾਨੂੰ, ਇੰਡੀਵਿਜੂਅਲ ਸੀਰੀਜ਼ ਦੇ ਰੱਖੀ ਹੈ, ਨਹੀਂ ਸੌਰੀ ਇੰਡੀਵਿਜੂਅਲ ਸੀਰੀਜ਼ ਨਹੀਂ ਹੈ, ਡਿਸਕ੍ਰੀਟ ਸੀਰੀਜ਼ ਹੈ, ਕਿਉਂਕਿ ਨਾਲ ਫ੍ਰੀਕੁਐਂਸੀ ਵੀ ਦੇ ਰੱਖੀ ਹੈ। ਤਾਂ ਆਪਾਂ ਨੂੰ ਕਹਿ ਰਿਹਾ ਵੀ ਆ ਨੰਬਰ ਕਿਹੜੇ ਕਿਹੜੇ ਨੇ 3 5 7 ਤੇ 4, ਤੇ ਉਹਨਾਂ ਦੀ ਫ੍ਰੀਕੁਐਂਸੀਜ਼ ਕਿੰਨੀਆਂ ਨੇ x + 4 x - 3 ਤੇ x + 8। ਤੇ ਕਿਹਾ ਗਿਆ ਕਿ ਜਿਹੜੀ ਮੀਨ ਹੈ ਉਹ ਆਪਾਂ ਨੂੰ ਕਿੰਨੀ ਦੇ ਰੱਖੀ ਹੈ, ਉਹ ਦੇ ਰੱਖੀ ਹੈ 4 ਦੇ ਰੱਖੀ ਹੈ। ਇਹ ਆਪਣੇ ਕੋਲ xi ਹੈ, ਇਹ ਆਪਣੇ ਕੋਲ ਫ੍ਰੀਕੁਐਂਸੀ ਹੈ, ਤੇ ਸਾਨੂੰ ਪਤਾ ਹੈ ਅਸੀਂ ਸਭ ਤੋਂ ਪਹਿਲਾਂ xi fi ਫਾਈਂਡ ਆਊਟ ਕਰਦੇ ਹਾਂ, ਜੋ ਕਿ ਆਪਣੇ ਕੋਲ ਕਿੰਨਾ ਆ ਗਿਆ 5x + 20 7x - 21 4x + 32। ਤੇ ਜਿਹੜਾ ਇਹਨਾਂ ਦਾ ਜਿਹੜਾ ਸਮ ਹੈ ਉਹ ਆਪਣੇ ਕੋਲ ਕਿੰਨਾ ਆ ਗਿਆ, ਉਹ ਆ ਗਿਆ ਜਿਹੜੀ ਫ੍ਰੀਕੁਐਂਸੀ ਦਾ ਸਮ ਹੈ ਉਹ ਆਪਣੇ ਕੋਲ ਕਿੰਨਾ ਆ ਗਿਆ, ਉਹ ਆ ਗਿਆ 4x + 9। ਤੇ ਜਿਹੜੀ ਆਪਣੀ fi xi ਦਾ ਜਿਹੜਾ ਸਮ ਹੈ ਉਹ ਆਪਣੇ ਕੋਲ ਆ ਗਿਆ 19x + 31। ਤੇ ਜਿਹੜੀ ਮੀਨ ਹੈ ਉਸਦਾ ਫਾਰਮੂਲਾ ਹੁੰਦਾ ਸਮ ਆਫ fi xi ਸਮ ਆਫ ਆਲ ਵੈਲਿਊਜ਼ ਡਿਵਾਈਡਡ ਬਾਈ ਨੰਬਰ ਆਫ ਵੈਲਿਊਜ਼। ਆਪਣੇ ਕੋਲ ਆ ਗਿਆ ਸਮੇਸ਼ਨ ਆਫ fi, ਇਹ ਆ ਗਿਆ ਸਮੇਸ਼ਨ ਆਫ xi fi। ਤਾਂ ਆਨਸਰ ਕਿੰਨਾ ਆ ਜਾਊਗਾ ਆਪਣੇ ਕੋਲ 19x + 31 ਡਿਵਾਈਡਡ ਬਾਈ 4x + 9। ਤੇ ਮੀਨ ਕਿੰਨਾ ਦੇ ਰੱਖਿਆ 4। ਜਦੋਂ ਅਸੀਂ ਕ੍ਰਾਸ ਮਲਟੀਪਲਾਈ ਕਰਾਂਗੇ, ਇਸ ਸਾਈਡ ਕਰ ਲੈਨੇ, ਕ੍ਰਾਸ ਮਲਟੀਪਲਾਈ ਕਰਾਂਗੇ ਤਾਂ ਸਾਡੇ ਕੋਲ ਆ ਜਾਊਗਾ 36 ਇੱਧਰ ਕ੍ਰਾਸ ਮਲਟੀਪਲਾਈ ਕਰਾਂਗੇ ਤਾਂ ਆਪਣੇ ਕੋਲ ਆ ਜਾਊ 16x + 36 = 19x + 31। ਇਹ 9 ਹੈ, 19x + 31। ਤੇ ਰੀਅਰੇਂਜ ਕਰਕੇ ਸਾਡੇ ਕੋਲ ਜੇ x ਦੀ ਵੈਲਿਊ ਕਿੰਨੀ ਆ ਜਾਊਗੀ, ਉਹ 3 ਆ ਜਾਊਗੀ 5/3 ਆ ਜਾਊਗੀ। ਤਾਂ ਆਨਸਰ ਆਪਣੇ ਕੋਲ ਕਿੰਨਾ ਆ ਗਿਆ, ਆਪਸ਼ਨ ਏ ਆ ਗਿਆ। ਫੋਰਥ ਕੁਐਸਚਨ ਦੇਖ ਲੈਂਦੇ ਹਾਂ। ਫੋਰਥ ਕੁਐਸਚਨ ਜਿਹੜਾ ਰਾਜੇ ਥੋੜਾ ਇੰਪੋਰਟੈਂਟ ਕੁਐਸਚਨ ਹੈ। ਫੋਰਥ ਕੁਐਸਚਨ ਦੇ ਵਿੱਚ ਸਾਨੂੰ ਕਿਹਾ ਗਿਆ ਕਿ ਕਹਿੰਦੇ ਦਾ ਮੀਨ ਹਾਈਟ ਆਫ 25 ਮੇਲ ਵਰਕਰ ਇਨ ਅ ਫੈਕਟਰੀ ਇਜ਼ 20 ਸੈਂਟੀਮੀਟਰ। ਜਿਹੜੇ ਮੇਲ ਵਰਕਰਸ ਨੇ, ਆਪਣੇ ਕੋਲ ਮੇਲ ਵਰਕਰਸ ਕਿੰਨੇ ਨੇ, ਮੈਂ ਉਹਨਾਂ ਨੂੰ ਰਿਪਰੈਜ਼ੈਂਟ ਕਰ ਰਿਹਾ NM ਨਾਲ, ਨੰਬਰ ਆਫ ਮੇਲ ਵਰਕਰਸ, ਉਹ ਆਪਣੇ ਕੋਲ ਕਿੰਨੇ ਨੇ 25। ਤੇ ਉਹਨਾਂ ਦੀ ਜਿਹੜੀ ਮੀਨ ਹਾਈਟ ਹੈ, ਮਤਲਬ ਐਵਰੇਜ ਹਾਈਟ ਹੈ, ਉਹ ਆਪਾਂ ਨੂੰ ਕਿੰਨੀ ਦੇ ਰੱਖੀ ਹੈ, ਮੇਲ ਦੀ 20 ਸੈਂਟੀਮੀਟਰ ਦੇ ਰੱਖੀ ਹੈ। ਨੈਕਸਟ ਸਾਨੂੰ ਕਿਹਾ ਗਿਆ ਕਿ ਜਿਹੜੀ 75 ਫੀਮੇਲ ਵਰਕਰ ਨੇ, ਉਹਨਾਂ ਦੀ ਜਿਹੜੀ ਐਵਰੇਜ ਹਾਈਟ ਹੈ ਉਹ ਕਿੰਨੀ ਦੇ ਰੱਖੀ ਹੈ, 30 ਸੈਂਟੀਮੀਟਰ ਦੇ ਰੱਖੀ ਹੈ। ਤੇ NF ਆਪਣੇ ਕੋਲ ਕਿੰਨਾ 75 ਤੇ x⁻f ਆਪਣੇ ਕੋਲ ਕਿੰਨਾ 30। ਹੁਣ ਆਪਾਂ ਫਾਈਂਡ ਆਊਟ ਕੀ ਕਰਨਾ ਹੈ, ਕੰਬਾਈਨਡ ਮੀਨ ਹਾਈਟ ਫਾਈਂਡ ਆਊਟ ਕਰਨੀ ਹੈ। ਤਾਂ ਅਸੀਂ ਆਲਰੇਡੀ ਕੰਬਾਈਨਡ ਮੀਨ ਦਾ ਜਿਹੜਾ ਫਾਰਮੂਲਾ ਕੀਤਾ ਸੀਗਾ, ਸਾਨੂੰ ਪਤਾ ਹੈ ਕਿ ਕੈਪੀਟਲ X ਬਾਰ ਜੋ ਹੈ ਸਾਡੇ ਕੋਲ ਬਰਾਬਰ ਹੈ NM × X⁻m + NF × X⁻f ਡਿਵਾਈਡਡ ਬਾਈ ਟੋਟਲ NF + NM ਦੇ। ਤਾਂ ਸਾਡੇ ਕੋਲ ਕਿੰਨਾ ਆ ਜਾਊਗਾ ਰਾਜੇ, ਇਹਨਾਂ ਨੂੰ ਲਿਖ ਲਾਂਗੇ NM × X⁻, ਇਹ ਆ ਜਾਊਗਾ ਆਪਣੇ ਕੋਲ 25 × 20 + 75 × 30 ਡਿਵਾਈਡਡ ਬਾਈ ਆ ਜਾਊ 25 + 75। ਨੈਕਸਟ ਆਪਣੇ ਕੋਲ x⁻ ਕਿੰਨਾ ਆ ਗਿਆ ਇੱਥੇ ਆਪਣੇ ਕੋਲ, ਉਹ ਆ ਗਿਆ 500 + 2250 ਡਿਵਾਈਡਡ ਬਾਈ 100। ਤਾਂ ਆਪਣੇ ਕੋਲ ਕਿੰਨਾ ਆ ਗਿਆ ਟੋਟਲ 2750 ਡਿਵਾਈਡਡ ਬਾਈ 100। ਆਨਸਰ ਕਿੰਨਾ ਆ ਗਿਆ 27.5, ਜੋ ਕਿ ਆਪਣੀ ਆਪਸ਼ਨ ਹੈ B। ਤਾਂ ਇਸ ਤਰ੍ਹਾਂ ਜਿਹੜਾ ਹੈ ਆਪਾਂ ਫਾਰਮੂਲੇ ਜਿਹੜੇ ਆਪਾਂ ਨੂੰ ਪਤਾ ਹੋਣ ਤਾਂ ਈਜ਼ੀਲੀ ਕੁਐਸਚਨ ਸੋਲਵ ਹੋ ਜਾਂਦਾ ਹੈ। ਫਿਫਥ ਕੁਐਸਚਨ ਜਿਹੜਾ ਰਾਜੇ, ਉਹ ਫਿਫਥ ਕੁਐਸਚਨ ਇੰਟਰਸਟਿੰਗ ਕੁਐਸਚਨ ਹੈ। ਫਿਫਥ ਕੁਐਸਚਨ ਦੇ ਵਿੱਚ ਅਸੀਂ ਦੋ ਤਰ੍ਹਾਂ ਦੇ ਕੁਐਸਚਨਸ ਪੜ੍ਹੇ ਸੀ। ਇੱਕ ਤਾਂ ਪੜ੍ਹਿਆ ਸੀਗਾ ਕਿ ਸਾਡੇ ਕੋਲ ਇਨਕਰੈਕਟ ਵੈਲਿਊ ਆ ਜੇ, ਤੇ ਫਿਰ ਅਸੀਂ ਕੀ ਕੀਤਾ ਸੀ, ਉਸ ਦੀ ਜਗ੍ਹਾ ਤੇ ਕਰੈਕਟ ਵੈਲਿਊ ਨੂੰ ਜਿਹੜਾ ਲਿਖਤਾ ਸੀਗਾ ਕਿ ਬੱਚੇ ਨੇ ਕਿਹਾ ਜੀ ਮੇਰੇ 105 ਨੰਬਰ ਨਹੀਂ ਹੈਗੇ, ਮੇਰੇ ਤਾਂ 95 ਨੰਬਰ ਨੇ। ਤਾਂ ਅਸੀਂ ਕਿਹਾ ਸੀਗਾ ਕਿ ਗਲਤ ਨੰਬਰ ਨੂੰ ਜਿਹੜਾ ਰਿਪਲੇਸ ਕਰਕੇ ਸਹੀ ਨੰਬਰ ਨੂੰ ਜਿਹੜਾ ਅਸੀਂ ਉਹ ਫਿਕਸ ਕਰ ਦਿੱਤਾ ਸੀ। ਲੇਕਿਨ ਫਿਫਥ ਕੁਐਸਚਨ ਹੁਣ ਜਿਹੜਾ ਹੈ ਉਹ ਅਲੱਗ ਹੈ। ਇਸ ਦੇ ਵਿੱਚ ਕੀ ਹੈ, ਇਸ ਦੇ ਵਿੱਚ ਉਹ ਕਹਿੰਦਾ ਵੀ ਉਹਨਾਂ ਨੇ ਰਿਮੂਵ ਵੀ ਕਰ ਦਿੱਤਾ ਇੱਕ ਆਬਜ਼ਰਵੇਸ਼ਨ ਨੂੰ। ਸਪੋਜ਼ ਕੋਈ ਬੱਚਾ ਲੱਗਿਆ, ਉਸਨੇ ਕਿਹਾ ਵੀ ਮੇਰੇ 105 ਨੰਬਰ ਨੇ PS ਟੈਟ ਦੇ ਵਿੱਚੋਂ। ਨੈਕਸਟ ਡੇ ਜਿਹੜਾ ਉਹ ਬੱਚਾ ਹਟ ਹੀ ਗਿਆ, ਤਾਂ ਆਪਾਂ ਨੂੰ ਜਿਹੜੀ ਐਵਰੇਜ ਕੱਢਾਂਗੇ ਹੁਣ ਕਲਾਸ ਦੀ, ਉਸ ਦੇ ਵਿੱਚ ਸਾਨੂੰ ਉਹ 105 ਨੰਬਰ ਉਸ ਬੱਚੇ ਦੇ ਜਿਹੜੇ ਆ ਰਿਮੂਵ ਕਰਨੇ ਪੈਣਗੇ। ਤਾਂ ਇਸ ਨੂੰ ਕਿਸ ਤਰ੍ਹਾਂ ਫਾਈਂਡ ਆਊਟ ਕਰਦੇ ਨੇ, ਜਿੱਥੇ ਰਿਮੂਵ ਕਰ ਦਿੱਤੀ ਜਾਵੇ ਆਬਜ਼ਰਵੇਸ਼ਨ, ਜਾਂ ਕਹਿ ਦਈਏ ਵੀ ਰਿਮੂਵ ਕਰ ਦਿੱਤੀ ਜਾਵੇ ਵੈਲਿਊ, ਤਾਂ ਉਸ ਕੇਸ ਦੇ ਵਿੱਚ ਅਸੀਂ ਕਿਸ ਤਰ੍ਹਾਂ ਫਾਈਂਡ ਆਊਟ ਕਰਾਂਗੇ ਉਹ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਗਿਵਨ ਕੀ ਹੈ, ਸਾਨੂੰ ਗਿਵਨ ਹੈ ਕਿ N 5 ਦੇ ਰੱਖਿਆ, ਮਤਲਬ ਨੰਬਰ ਆਫ ਆਬਜ਼ਰਵੇਸ਼ਨ 5 ਨੇ, ਤੇ ਮੀਨ ਜਿਹੜਾ ਦੇ ਰੱਖਿਆ ਉਹ ਦੇ ਰੱਖਿਆ ਆਪਣੇ ਕੋਲ 70। ਤੇ ਆਪਣੇ ਕੋਲ ਜਿਹੜੀ ਰਿਮੂਵਡ
ਵੈਲਿਊ ਹੈ ਰਿਮੂਵਡ, ਆਬਜ਼ਰਵੇਸ਼ਨ ਹੈ ਜਿਹੜੀ ਉਹ ਆਪਾਂ ਨੂੰ ਦੇ ਰੱਖੀ ਹੈ 30, ਤੇ ਆਪਾਂ ਰਿਵਾਈਜ਼ਡ ਮੀਨ ਪਤਾ ਕਰਨੀ ਹੈ, ਮਤਲਬ ਕਰੈਕਟ ਮੀਨ ਪਤਾ ਕਰਨੀ ਹੈ। ਤੇ ਦੋ ਫਾਰਮੂਲੇ ਜਿਹੜੇ ਨੇ ਅਸੀਂ ਪੜ੍ਹੇ ਸੀਗੇ, ਪਹਿਲਾ ਸੀਗਾ ਕਿ ਪਹਿਲਾ ਮੈਥਡ ਕੀਤਾ ਸੀ, ਉਸ 'ਤੇ ਮੈਂ ਕਿਹਾ ਸੀਗਾ ਕਿ ਇਹ ਪ੍ਰੋਪਰ ਮੈਥਡ ਹੈ। ਸੈਕਿੰਡ ਮੈਥਡ ਕੀ ਸੀ, ਜਸਟ ਸ਼ਾਰਟਕਟ ਸੀਗਾ ਉਹਦਾ। ਤਾਂ ਕਰੈਕਟ ਮੀਨ ਫਾਈਂਡ ਆਊਟ ਕਰਨੀ ਹੈ। ਕਰੈਕਟ ਮੀਨ ਫਾਈਂਡ ਆਊਟ ਕਰਨ ਦਾ ਫਾਰਮੂਲਾ ਕੀ ਹੋਊਗਾ ਆਪਣੇ ਕੋਲ, ਕਰੈਕਟ ਸਮ ਡਿਵਾਈਡਡ ਬਾਏ ਕਰੈਕਟ ਨੰਬਰ ਆਫ ਟਰਮਸ ਸਾਡੇ ਕੋਲ। ਤਾਂ ਸਾਨੂੰ ਸਭ ਤੋਂ ਪਹਿਲਾਂ ਕਰੈਕਟ ਸਮ ਪਤਾ ਕਰਨਾ ਪੈਣਾ, ਫਿਰ ਸਾਨੂੰ ਦੱਸਣਾ ਪੈਣਾ ਵੀ ਕਰੈਕਟ ਨੰਬਰ ਆਫ ਟਰਮਸ ਕਿੰਨੀਆਂ ਸੀ, ਤੇ ਦੋਨਾਂ ਨੂੰ ਡਿਵਾਈਡ ਕਰ ਦਾਂਗੇ ਤਾਂ ਆਪਣੇ ਕੋਲ ਕਰੈਕਟ ਮੀਨ ਆ ਜਾਊ। ਤਾਂ ਕਰੈਕਟ ਸਮ ਜਿਹੜਾ ਉਸ ਨੂੰ ਕਿਸ ਤਰ੍ਹਾਂ ਫਾਈਂਡ ਆਊਟ ਕੀਤਾ ਜਾਊਗਾ, ਕਰੈਕਟ ਸਮ ਬਰਾਬਰ ਹੁੰਦਾ ਹੈ ਇਨਕਰੈਕਟ ਸਮ ਦੇ, ਇਨਕਰੈਕਟ ਸਮ ਦੇ ਤੇ ਮਾਈਨਸ ਕੀਤੀ ਜਾਂਦੀ ਹੈ ਇਨਕਰੈਕਟ ਵੈਲਿਊ, ਜੋ ਸਾਡੇ ਕੋਲ ਵੈਲਿਊ ਹੈ। ਇੱਥੇ ਇਨਕਰੈਕਟ ਵੈਲਿਊ ਆਪਣੇ ਕੋਲ ਕਿਹੜੀ ਵੈਲਿਊ ਹੈ, ਉਹ ਵੈਲਿਊ ਜਿਹੜੀ ਅਸੀਂ ਰਿਮੂਵ ਕਰ ਦਿੱਤੀ, ਰਿਮੂਵਡ ਵੈਲਿਊ, ਤੇ ਪਲੱਸ ਕਰ ਦਿੰਦੇ ਸੀ ਅਸੀਂ ਕਰੈਕਟ ਵੈਲਿਊ ਨੂੰ। ਇਸ ਕੇਸ ਦੇ ਵਿੱਚ ਸਾਡੇ ਕੋਲ ਕੋਈ ਵੀ ਵੈਲਿਊ ਜਿਹੜੀ ਐਡ ਨਹੀਂ ਕੀਤੀ ਗਈ, ਇਸ ਕਰਕੇ ਕਰੈਕਟ ਵੈਲਿਊ 0 ਹੈ ਆਪਣੇ ਕੋਲ, ਕਿਉਂਕਿ ਇਸ ਦਾ ਕੁਝ ਐਡ ਕਰ ਹੀ ਨਹੀਂ ਰਹੇ, ਤਾਂ ਇੱਥੇ ਕਰੈਕਟ ਵੈਲਿਊ ਲਿਖਣ ਦੀ ਜ਼ਰੂਰਤ ਹੀ ਨਹੀਂ। ਤਾਂ ਹੁਣ ਆਪਣੇ ਕੋਲ ਇਨਕਰੈਕਟ ਜਿਹੜਾ ਹੈ, ਇਨਕਰੈਕਟ ਸਮ ਉਹ ਕਿੰਨਾ ਆਵੇਗਾ। ਇਨਕਰੈਕਟ ਸਮ ਕੱਢਣ ਦਾ ਫਾਰਮੂਲਾ ਕੀ ਸੀ, ਮੈਂ ਲਿਖਵਾਇਆ ਸੀਗਾ ਕਿ x ਬਾਰ ਇਜ਼ ਇਕੁਅਲ ਟੂ ਸਿਗਮਾ xi ਅਪੋਨ n ਹੁੰਦਾ ਹੈ, ਤੇ ਅਸੀਂ ਇਹਨੂੰ ਰੀਅਰੇਂਜ ਕਰਕੇ ਲਿਖਤਾ ਸੀ ਕਿ ਸਿਗਮਾ xi ਬਰਾਬਰ ਹੈ n ਇੰਟੂ x ਬਾਰ ਦੇ। ਮਤਲਬ ਜਿਹੜਾ ਸਮ ਹੈ ਆਪਣੇ ਕੋਲ ਇਨਕਰੈਕਟ, ਜੇ ਆਪਾਂ ਕਹੀਏ ਸਮ ਆਪਣੇ ਕੋਲ ਕਿਹਦੇ ਬਰਾਬਰ ਹੁੰਦਾ ਹੈ, ਨੰਬਰ ਆਫ ਆਬਜ਼ਰਵੇਸ਼ਨ ਜੋ ਕਿ ਆਪਾਂ ਨੂੰ ਕਿੰਨੀਆਂ ਦੇ ਰੱਖੀਆਂ ਨੇ 5 ਇੰਟੂ ਮੀਨ ਕਿੰਨਾ ਦੇ ਰੱਖਿਆ 70, ਤਾਂ ਆਪਣੇ ਕੋਲ ਕਿੰਨਾ ਆ ਗਿਆ 350 ਆ ਗਿਆ ਇਨਕਰੈਕਟ ਸਮ। ਇਨਕਰੈਕਟ ਸਮ 350 ਆ ਗਿਆ, ਤੇ ਇਨਕਰੈਕਟ ਜਿਹੜੀ ਵੈਲਿਊ ਜਿਸ ਨੂੰ ਅਸੀਂ ਰਿਮੂਵ ਕੀਤਾ ਸੀ ਉਹ ਆਪਣੇ ਕੋਲ ਕਿੰਨੇ ਆ 30, ਤਾਂ ਆਪਣੇ ਕੋਲ 320 ਕੀ ਆ ਗਿਆ ਕਰੈਕਟ ਸਮ ਆ ਗਿਆ। ਹੁਣ ਅਸੀਂ ਜਦੋਂ ਕਰੈਕਟ ਮੀਨ ਫਾਈਂਡ ਆਊਟ ਕਰਾਂਗੇ ਤਾਂ ਉਸ ਦੇ ਵਿੱਚ ਕਰੈਕਟ ਸਮ ਸਾਡੇ ਕੋਲ 320 ਹੈ, ਤੇ ਕਰੈਕਟ ਨੰਬਰ ਆਫ ਟਰਮਸ ਕਿੰਨੀਆਂ ਹੋਣਗੀਆਂ। ਹੁਣ ਸਾਨੂੰ ਪਤਾ ਹੈ ਕਿ 5 ਆਬਜ਼ਰਵੇਸ਼ਨ ਸੀਗੀਆਂ, ਜਿਹਦੇ ਵਿੱਚੋਂ ਇੱਕ ਆਬਜ਼ਰਵੇਸ਼ਨ ਕੀ ਕਰ ਲਿੱਤੀ ਗਈ ਰਿਮੂਵ, ਤਾਂ ਕਿੰਨੀਆਂ ਬਚੀਆਂ ਕਰੈਕਟ, ਕਿੰਨੀਆਂ ਬਚੀਆਂ 4, ਤੇ ਜਦੋਂ ਅਸੀਂ ਇਹਨੂੰ ਡਿਵਾਈਡ ਕਰਾਂਗੇ ਤਾਂ ਆਪਣੇ ਕੋਲ ਆਨਸਰ ਕਿੰਨਾ ਆ ਜਾਊ 80, ਤਾਂ ਬੀ ਆਪਸ਼ਨ ਜਿਹੜੀ ਇਹਦੇ ਨਾਲ ਕਰੈਕਟ ਹੋ ਜਾਂਦੀ ਹੈ। ਇਹ ਸੀ ਅੱਜ ਦਾ ਲੈਕਚਰ। ਅਜੇ ਨੈਕਸਟ ਲੈਕਚਰ ਲਈ ਜਿਹੜਾ ਹੈ ਆਪਣਾ ਮੀਡੀਅਨ ਟੌਪਿਕ ਰਹੇਗਾ, ਤੇ ਅਸੀਂ ਮੋਡ ਜਿਹੜਾ ਕੰਪਲੀਟ ਕਰ ਲਾਂਗੇ। ਨੈਕਸਟ ਜਿਹੜਾ ਆਪਣਾ ਲੈਕਚਰ ਹੋਵੇਗਾ। ਤਾਂ ਵੀਡੀਓ ਨੂੰ ਸ਼ੇਅਰ ਕਰੋ, ਲਾਈਕ ਕਰੋ, ਸਬਸਕ੍ਰਾਈਬ ਕਰੋ। ਧੰਨਵਾਦ।